तो अगे भी बड़े जुलम होए थे सिख कौम नाल, ਜਿਹੜੇ ਅੱਗੇ ਹੋਣਗੇ ਉਹਨਾਂ ਨੂੰ ਵੀ ਭੁੱਲਣ ਦਾ ਯਤਨ ਕਰਾਂਗੇ। ਇੰਨੀਆਂ ਕੁ ਬੇਨਤੀਆਂ ਕਰਦਾ, ਇਹਨਾਂ ਬੋਲਦਾ ਕਿ ਭੁੱਲਾਂ ਹੋਣ ਤੇ ਸੰਗਤ ਤੋਂ ਮਾਫੀ ਚਾਹਾਂਗਾ ਜੀ। ਸਾਰਿਆਂ ਦਾ ਧੰਨਵਾਦ, ਜੋ ਵੀ ਕੌਮ ਵਾਸਤੇ ਧਰਮ ਵਾਸਤੇ ਕੁਛ ਕਰਦਾ ਹੈ ਸਭ ਦਾ ਧੰਨਵਾਦ। ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ, ਸਾਨੂੰ ਸਿੱਖੀ ਦੀ ਦਾਤ ਬਖਸ਼ਣ ਦੀ ਅਰਦਾਸ ਕਰਿਓ, ਮੈਨੂੰ ਬਲ ਬਖਸ਼ੇ ਮੇਰਾ ਸਤਿਗੁਰੂ। मेरी अरदास प्रवान कर ले। वाहिगुरू जी का खालसा, वाहिगुरू जी की फतेह जी। बोले सो निहाल। वाहिगुरू जी का खालसा, वाहिगुरू जी की फतेह। ਅੱਜ ਇੱਥੇ ਟੋਰਾਂਟੋ ਦੇ ਗ੍ਰੇਟਰ ਟੋਰਾਂਟੋ ਏਰੀਆ ਦੀਆਂ ਸੰਗਤਾਂ ਇੱਥੇ ਭਾਈ ਗੁਰਬਖਸ਼ ਸਿੰਘ ਦੇ ਸੱਦੇ ਤੇ ਜੋ ਬਲੈਕ ਡੇ ਉਹਨਾਂ ਨੇ ਕਿਹਾ ਮਨਾਉਣ ਵਾਸਤੇ, ਉਸ ਕਰਕੇ ਸੰਗਤਾਂ ਇੱਥੇ ਇਕੱਠੀਆਂ ਹੋਈਆਂ ਹਨ। ਜੋ ਇਸ ਵੇਲੇ ਸਿੱਖ ਕੌਮ ਦੀ ਸਥਿਤੀ ਹੈ ਬੜੀ ਗੰਭੀਰ ਸਥਿਤੀ ਹੈ। ਸਾਡੇ ਅਨੇਕਾਂ ਭੈਣ ਭਰਾ ਜੇਲ੍ਹਾਂ ਵਿੱਚ ਬੈਠੇ ਹਨ। ਸਿਰਫ ਉਹ 6-7 ਬੰਦਿਆਂ ਦੀ ਰਿਹਾਈ ਦੀ ਗੱਲ ਨਹੀਂ ਹੈ। ਇੱਥੇ 1984 ਤੋਂ ਲੈ ਕੇ ਜੋ ਧਰਮੀ ਫੌਜੀ ਅਤੇ ਹੋਰ ਭੈਣ ਭਰਾ ਸਾਡੇ ਜੇਲ੍ਹਾਂ 'ਚ ਬੈਠੇ ਹਨ, ਸਾਰਿਆਂ ਦੀ ਗੱਲ ਇੱਥੋਂ ਉਜਾਗਰ ਹੁੰਦੀ ਹੈ, ਕਿਉਂਕਿ ਅੱਜ ਭਾਈ ਗੁਰਬਖਸ਼ ਸਿੰਘ ਹੋਣਾ ਨੇ ਇਹ ਪ੍ਰੋਗਰਾਮ ਹਾਈਲਾਈਟ ਕੀਤਾ ਹੈ। ਸੋ ਇੱਥੇ ਸੰਗਤਾਂ ਦਾ ਇਕੱਠ ਜੋ ਅੱਜ ਕਾਲੀਆਂ ਝੰਡੀਆਂ ਲੈ ਕੇ ਇੱਥੇ ਪਹੁੰਚੇ ਹਨ ਹਾਲ ਦੇ ਵਿੱਚ ਰੈਲੀ ਕਰਨ ਵਾਸਤੇ, ਇੱਕ ਕੌਮ ਨੂੰ ਹੁਲਾਰਾ ਵੀ ਹੈ, ਕਿਉਂਕਿ ਸਾਨੂੰ ਜੋ ਉਹਨਾਂ ਨੇ ਇਕੱਠ ਇਸ ਕਰਕੇ ਅਸੀਂ ਕਰ ਰਹੇ ਹਾਂ। ਇੰਡੀਅਨ ਹਾਈ ਕਮਿਸ਼ਨ ਅੱਗੇ ਵੀ ਇਹ ਆਪਣਾ ਰੋਸ ਪ੍ਰਗਟ ਕੀਤਾ ਹੈ, ਜਿਸ ਦਾ ਹਜੇ ਤਾਈਂ ਕੋਈ ਰਿਜ਼ਲਟ ਨਹੀਂ ਨਿਕਲਿਆ, ਅਤੇ ਪੰਜਾਬ ਗੌਰਮੈਂਟ ਉਨੀ ਹੀ ਇਸ ਵਿੱਚ ਦੋਸ਼ੀ ਹੈ, ਕਿਉਂਕਿ ਉਹਨਾਂ ਦੇ ਹੱਥ ਵਸ ਜੋ ਹੈ ਘੱਟੋ ਘੱਟ ਪੰਜਾਬ ਦੇ ਜੇਲ੍ਹਾਂ ਦੇ ਵਿੱਚ ਜੋ ਨੌਜਵਾਨ ਬੰਦ ਹਨ, ਘੱਟੋ ਘੱਟ ਉਹਨਾਂ ਦੀ ਰਿਹਾਈ ਬਾਰੇ ਇਹ ਉਪਰਾਲਾ ਕਰ ਸਕਦੇ ਹਨ। ਜਥੇਦਾਰਾਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ, ਕਿਉਂਕਿ ਉਹ ਕੌਮ ਨੂੰ ਜੇ ਸਹੀ ਦਿਸ਼ਾ ਨਿਰਦੇਸ਼ ਦੇਣ। ਅੱਜ ਅਸੀਂ ਪੀਸਫੁਲੀ ਜਾਂ ਜਿਵੇਂ ਵੀ ਆਪਾਂ ਇਸ ਮੂਵਮੈਂਟ ਨੂੰ ਤੋਰ ਸਕਦੇ ਹਨ, ਜੇ ਸਾਡੇ ਲੀਡਰ ਸਟਰੋਂਗ ਹੋਣ, ਅੱਜ ਪੰਜਾਬ ਦਾ ਬੰਦ ਦਾ ਸੱਦਾ ਦੇਣ, ਰੇਲ ਰੋਕਣ, ਬੱਸਾਂ ਨਾ ਚੱਲਣ ਦੇਣ, ਇਹ ਬਹੁਤ ਜਲਦੀ ਇਹ ਗੱਲਾਂ ਹੱਲ ਹੋ ਸਕਦੀਆਂ ਹਨ। ਪਰ ਕੌਮ ਦੇ ਵਿੱਚ ਏਕਤਾ ਹੋਣੀ ਬਹੁਤ ਜ਼ਰੂਰੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਇੱਥੇ ਭਾਈ ਗੁਰਬਖਸ਼ ਸਿੰਘ ਜੀ ਦੇ ਜਿਹੜੀ ਬਲੈਕ ਰੈਲੀ ਉਹਨਾਂ ਨੇ ਕਾਲ ਦਿੱਤੀ ਸੀ ਕਿ ਦੁਨੀਆ ਦੇ ਵਿੱਚ ਹਰ ਮੁਲਕ 'ਚ ਇਹਦੇ ਉੱਤੇ ਆਪਣਾ ਕੱਢਿਆ ਜਾਵੇ, ਇਕੱਠ ਕੀਤਾ ਜਾਵੇ, ਰੈਲੀਆਂ ਕੀਤੀਆਂ ਜਾਣ। ਉਹਦੇ ਸੰਬੰਧ ਵਿੱਚ ਇਹ ਰੈਲੀ ਆ, ਅਤੇ ਇਹ ਰੈਲੀ ਇਸ ਵੇਲੇ ਬਰੈਂਪਟਨ ਦੇ ਵਿੱਚ ਹੋ ਰਹੀ ਆ, ਚਾਂਦਨੀ ਗੇਟਵੇ 'ਤੇ। ਅਤੇ ਅਸੀਂ ਸਮੂਹ ਜਿਨ੍ਹਾਂ ਵੀ ਵੀਰਾਂ ਭੈਣਾਂ ਨੇ ਹਿੱਸਾ ਲਿਆ ਉਹਨਾਂ ਦਾ ਧੰਨਵਾਦ ਕਰਦੇ ਹਾਂ। ਪਲੱਸ ਜਿੰਨੇ ਵੀ ਅੱਜ ਬਹੁਤ ਰੈਲੀਆਂ ਹੋਈਆਂ ਪੰਜਾਬ ਦੇ ਵਿੱਚ, ਥਾਂ 'ਤੇ ਰੈਲੀਆਂ ਹੋਈਆਂ, ਉਹਨਾਂ ਨੂੰ ਬਹੁਤ ਵੱਡਾ ਸਮਰਥਨ ਮਿਲਿਆ। ਉਸ ਦੇ ਨਾਲ ਇੰਗਲੈਂਡ ਵਿੱਚ, ਅਮਰੀਕਾ ਵਿੱਚ ਅਤੇ ਹੋਰ ਨਿਊਜ਼ੀਲੈਂਡ, ਸਾਰੇ ਬਹੁਤ ਵੱਡੀ ਪੱਧਰ 'ਤੇ ਰੈਲੀਆਂ ਹੋਈਆਂ, ਜਿਹਦਾ ਅਸਰ ਹੋਣਾ ਸ਼ੁਰੂ ਹੋ ਗਿਆ ਜੇ, ਕਿਉਂਕਿ ਸਾਡੇ ਇੱਥੋਂ ਸਾਡੇ ਮੰਤਰੀ ਟਿਮ ਉੱਪਲ ਸਾਹਿਬ ਨੇ ਵੀ ਫੋਨ ਕੀਤਾ, ਹੋਰ ਵੀ ਇਹ 'ਤੇ ਪ੍ਰੈਸ਼ਰ ਪੈ ਰਿਹਾ। ਇਹ ਮਕਸਦ ਇਹੀ ਆ ਸਾਡਾ, ਸਿਰਫ ਅਤੇ ਸਿਰਫ ਭਾਈ ਸਾਹਿਬ ਦੀ ਸਪੋਰਟ ਕਰਨਾ ਜੀ। ਇਹਦੇ ਲਈ ਇਹ ਸਿੱਖ ਚੈਨਲ ਅਤੇ ਹੋਰ ਮੀਡੀਆ ਜੋ ਵੀ ਇਹਨੂੰ ਕਵਰ ਕਰ ਰਿਹਾ, ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਹਾਂ। ਬਈ ਭਾਈ ਇਹ ਇੱਕ ਚੰਗਾ ਕਾਜ ਹੈ, ਇਸ ਕਾਜ ਲਈ ਸਾਰਿਆਂ ਨੂੰ ਦਿਲ ਖੋਲ੍ਹ ਕੇ ਇਹਦੀ ਮਦਦ ਕਰਨੀ ਚਾਹੀਦੀ ਆ, ਨਾ ਕਿ ਡਰਨਾ ਚਾਹੀਦਾ ਵੇ, ਕਿਉਂਕਿ ਹਿਊਮਨ ਰਾਈਟ ਤੋਂ ਵੀ ਜੇ ਡਰ ਕੇ ਆਪਾਂ ਅੰਦਰ ਵੜ ਗਏ ਫਿਰ ਮੇਰਾ ਖਿਆਲ ਆਪਣੇ ਜੀਣ ਦਾ ਕੋਈ ਮਕਸਦ ਰਹਿ ਨਹੀਂ ਜਾਂਦਾ। ਅਤੇ ਇਹੀ ਮੇਰੀ ਬੇਨਤੀ ਆ ਵੀ ਡਰਨ ਦੀ ਕੋਈ ਲੋੜ ਨਹੀਂ, ਕਿਉਂਕਿ ਇੱਥੇ ਕੋਈ ਅੱਤਵਾਦੀ, ਵੱਖਵਾਦੀ ਜਾਂ ਕੋਈ ਹੋਰ ਚੀਜ਼ਾਂ ਬਿਲਕੁਲ ਨਹੀਂ, ਬਿਲਕੁਲ ਸ਼ਾਂਤੀਪੂਰਵਕ ਇਹ ਸਾਰਾ ਪ੍ਰੋਜੈਕਟ ਚੱਲ ਰਿਹਾ। ਇਹਦੇ ਵਿੱਚ ਹਰੇਕ ਨੂੰ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਲੋੜ ਆ, ਨਾ ਕਿ ਪਿੱਛੇ ਬੈਠਣ ਦੀ। ਇਹੀ ਮੇਰੀ ਬੇਨਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇਹ ਸਮਾਗਮ ਬਰੈਂਪਟਨ ਸ਼ਹਿਰ ਕੈਨੇਡਾ ਦੇ ਵਿੱਚ ਭਾਈ ਗੁਰਬਖਸ਼ ਸਿੰਘ ਜੀ ਵੱਲੋਂ ਦਿੱਤੇ ਸੱਦੇ ਨੂੰ ਮੁੱਖ ਰੱਖ ਕੇ ਸਮੂਹ ਗੁਰਦੁਆਰਾ ਸਾਹਿਬਾਨ ਅਤੇ ਸਿੱਖ ਜਥੇਬੰਦੀਆਂ ਵੱਲੋਂ ਇਕੱਠਿਆਂ ਤੌਰ 'ਤੇ ਕੀਤਾ ਜਾ ਰਿਹਾ ਹੈ, ਅਤੇ ਇਸ ਦੇ ਵਿੱਚ ਵੀ ਮੰਗ ਕੀਤੀ ਜਾ ਰਹੀ ਹੈ ਕਿ
ਭਾਰਤ ਦੀ ਸਰਕਾਰ ਤੋਂ ਸਾਡੀ ਮੰਗ ਤੇ ਹੈ ਹੀ, ਪਰ ਇਹ ਅੱਜ ਦਾ ਜਿਹੜਾ ਫੰਕਸ਼ਨ ਹੈ, ਇਕੱਠ ਹੈ, ਇਹ ਪੰਜਾਬ ਦੀ ਸਰਕਾਰ ਕੋਲੋਂ ਇਹ ਮੰਗ ਕਰ ਰਿਹਾ ਹੈ ਕਿ ਜਿਹੜੇ ਕੈਦੀ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਬੰਦ ਹਨ ਉਹਨਾਂ ਨੂੰ ਪੰਜਾਬ ਦੀ ਸਰਕਾਰ ਜਿਹੜੀ ਹੈ ਉਹ ਰਿਹਾਅ ਕਰੇ। ਸੋ ਇਸ ਮਕਸਦ ਨੂੰ ਲੈ ਕੇ ਅਸੀਂ ਸਾਰੇ ਅੱਜ ਇੱਥੇ ਇਕੱਠੇ ਹੋਏ ਹਾਂ ਅਤੇ ਅੱਜ ਦੇ ਇਕੱਠ ਦੇ ਵਿੱਚ ਰੈਜ਼ੋਲੂਸ਼ਨ ਵੀ ਪਾਸ ਕੀਤਾ ਜਾਵੇਗਾ ਤੇ ਉਹ ਫਿਰ ਪੰਜਾਬ ਦੀ ਸਰਕਾਰ ਨੂੰ ਭੇਜਿਆ ਜਾਵੇਗਾ ਤਾਂ ਜੋ ਉਹਨਾਂ ਨੂੰ ਪਤਾ ਲੱਗ ਸਕੇ ਕਿ ਕੈਨੇਡਾ ਦੇ ਵਿੱਚ ਰਹਿੰਦੇ ਸਿੱਖ, ਅੰਟੇਰੀਓ ਵਿੱਚ ਰਹਿੰਦੇ ਸਿੱਖ, ਉਹਨਾਂ ਦੀਆਂ ਜੋ ਪਾਲਿਸੀਜ਼ ਹਨ ਸਿੱਖ ਕੈਦੀਆਂ ਦੇ ਬਾਰੇ ਕੀ ਹਨ ਤੇ ਅਸੀਂ ਕਿਵੇਂ ਉਸ ਬਾਰੇ ਮਹਿਸੂਸ ਕਰਦੇ ਹਾਂ ਤੇ ਕੀ ਮੰਗ ਕਰਦੇ ਹਾਂ ਕਿ ਉਹ ਕਰਨ ਅਤੇ ਇਹਨਾਂ ਕੈਦੀਆਂ ਨੂੰ ਰਿਹਾਅ ਕਰਨ। They made a commitment, made a promise, gave him an understanding that they will work on this and hopefully will have these Sikhs released. 1 year later, we know that didn't happen. And we all know that only a couple of days ago, when the Jathedar of Sri Akal Takht Sahib went to see him, he directly asked him that. And the Jathedar Sahib didn't respond, he didn't say nothing, essentially because he didn't have anything to say. Sikhs throughout the world, Sikhs throughout Punjab are working on and are cooperating in this movement to get the release. We living here in this part of the world have a responsibility to participate in that activity, in that movement. And we have just done that. After meeting a couple of times, Gurdwaras and certain Sikh organizations decided to stage a hunger strike, a chain hunger strike, a symbolic gesture of goodwill, a symbolic gesture of cooperating with the movement in India. And we started that hunger strike on December the 22nd in front of the Indian High Commission in Ottawa. And it's still going on from 11 o'clock in the morning to 5:30 every day. That is the maximum the city of Ottawa bylaw allows us to be there. So we are there every day from 11 to 5:30 since December of 22nd. Even today, the temperature was minus 30, 35. The Sikhs from Ottawa and Sikhs from Brampton here participated in the Black Flag rally right in front of the Indian High Commission in Ottawa. To continue with the same spirit, we decided to have a gathering, the one which you are all participating in. And we will continue to demonstrate, launch a protest in participating in this movement. And one of them is Panth Preet Singh Khalsa. And I'm just going to read one of his comment of today in Punjabi. And he said, "Singhan di rihai tak sangharsh jari rahega." So, in other words, this struggle will continue until and unless we get the release of those Sikhs. And I guess so we will continue to do whatever it takes in terms of our participation from this part of the world. Politically speaking, last time when Gurbaksh Singh ji started his hunger strike, even at that time, the political parties, Progressive Conservative Party and the NDP party issued a statement. Again, this time, both parties have issued statements, and I'm going to quote what Honorable Tim Uppal said in the statement. What is the issue?
everyone equally regardless of their religion. That's what the issue is, that in India, Sikhs are not getting equal treatment. The laws are not applied equally to all the citizens of India, and especially to the minorities. And Sikhs, being a part of the minority, are a victim of that. We also have a statement from the NDP party, and later on in a couple of minutes I will invite somebody to come and read that statement. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਅੱਜ ਦੇ ਇਸ ਬਲੈਕ ਫਲੈਗ ਰੈਲੀ ਜਿਹੜੀ ਆ ਟੋਰਾਂਟੋ ਦੇ ਵਿੱਚ ਆਯੋਜਿਤ ਕੀਤੀ ਗਈ ਆ, ਉਹਦੇ ਵਿੱਚ ਹੈਮਿਲਟਨ ਤੋਂ ਗੁਰਦੁਆਰਾ ਸ਼ਹੀਦਗੜ੍ਹ ਸਾਹਿਬ ਤੋਂ ਇੱਥੇ ਪਹੁੰਚੇ ਆ ਸੰਗਤਾਂ ਦੇ ਨਾਲ ਆਪਣਾ ਕਾਫਲੇ ਦੇ ਰੂਪ ਦੇ ਵਿੱਚ। ਇਹਦੇ ਵਿੱਚ ਅਸੀਂ ਇਕੱਤਰਤਾ ਕੀਤੀ ਹੈਗੀ ਆ ਤੇ ਆਸ ਕਰਦੇ ਆ ਕਿ ਜਿਹੜਾ ਕਾਰਜ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਵਿੱਢਿਆ ਹੋਇਆ ਉਹਦੇ ਵਿੱਚ ਹੋਰ ਵੀ ਸਿੱਖ ਸੰਗਤਾਂ ਵੱਧ ਚੜ੍ਹ ਕੇ ਯੋਗਦਾਨ ਪਾਉਣਗੀਆਂ ਤੇ ਪਾ ਵੀ ਰਹੀਆਂ ਹਨ। ਅੱਜ ਦਾ ਜਿਹੜਾ ਇਕੱਠ ਹੈ ਬਲੈਕ ਫਲੈਗ ਰੈਲੀ ਜਿਹੜੀ ਹੈ ਇਹ ਖਾਸ ਕਰਕੇ ਪੰਜਾਬ ਗੌਰਮੈਂਟ ਜਿਹੜੀ ਸਿੱਖਾਂ ਨੂੰ ਆਪ ਰਿਹਾ ਨਹੀਂ ਕਰ ਰਹੀ, ਪਰ ਬਾਦਲ ਸਾਹਿਬ ਇਹ ਕਹਿ ਰਹੇ ਨੇ ਕਿ ਮੈਂ ਬਾਹਰਲੀਆਂ ਸਟੇਟਾਂ ਨੂੰ ਲੈਟਰ ਲਿਖ ਦਿੱਤੇ ਹਨ, ਪਰ ਉਹਨਾਂ ਨੂੰ ਇਹ ਮੈਮੋਰੈਂਡਮ ਅੱਜ ਇੱਥੋਂ ਭੇਜਿਆ ਜਾਵੇਗਾ। ਟੋਰਾਂਟੋ ਮੈਂ ਕਹਾਂਗਾ ਓਨਟਾਰੀਓ ਭਰ ਦੇ ਸਿੱਖਾਂ ਵੱਲੋਂ ਤੇ ਕਿਊਬੈਕ ਦੇ ਸਿੱਖਾਂ ਵੱਲੋਂ ਇਹ ਸਾਰੀ ਗੈਦਰਿੰਗ ਜਿਹੜੀ ਹੈ ਦੋਨਾਂ ਹੀ ਸਟੇਟਾਂ ਨੂੰ ਰਿਪਰੈਜ਼ੈਂਟ ਕਰਦੀ ਹੈ ਕੈਨੇਡਾ ਦੀ, ਕਿ ਬਈ ਬਾਦਲ ਸਾਹਿਬ ਤੁਸੀਂ ਥੋੜ੍ਹਾ ਜਿਹਾ ਖਿਆਲ ਕਰੋ ਕੌਮ ਦਾ। ਤੇ ਇਹ ਅੱਜ ਦਾ ਜਿਹੜਾ ਇਕੱਠ ਹੈਗਾ ਇਹ ਬਾਦਲ ਸਾਹਿਬ ਖਾਸ ਕਰਕੇ ਪੰਜਾਬ ਦੀ ਜਿਹੜੀ ਸਰਕਾਰ ਹੈ ਉਹਦੇ ਖਿਲਾਫ ਹੋਣ ਜਾ ਰਿਹਾ। ਸੋ ਕੈਨੇਡਾ ਦੀ ਜਿਹੜੀ ਹਾਈ ਕਮਿਸ਼ਨ ਆਟਵਾ ਦੇ ਮੂਹਰੇ ਜੋ ਸਟ੍ਰਾਈਕ ਚੱਲਦੀ ਹੈ ਉਹ ਤਾਂ ਪੂਰੀ ਸੈਂਟਰ ਗੌਰਮੈਂਟ ਨੂੰ ਫੋਕਸ ਕਰਕੇ ਕੀਤੀ ਜਾ ਰਹੀ ਹੈ, ਪਰ ਅੱਜ ਦਾ ਇਹ ਇਕੱਠ ਜਿਹੜਾ ਹੈ ਬਲੈਕ ਫਲੈਗ ਰੈਲੀ ਜਿਹੜੀ ਹੈ ਇਹ ਸਿਰਫ ਤੇ ਸਿਰਫ ਪੰਜਾਬ ਸਰਕਾਰ ਨੂੰ ਮੁੱਖ ਰੱਖ ਕੇ ਕੀਤੀ ਜਾ ਰਹੀ ਹੈ। ਉਹਨਾਂ ਨੂੰ ਇਹ ਸੁਨੇਹਾ ਅੱਜ ਦਾ ਜਿਹੜਾ ਹੈ ਭੇਜਿਆ ਜਾ ਰਿਹਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Different politicians from the different levels of our government, and we are thankful to all of them for coming to our event today. And I will start with the Mayor of City of Brampton, Linda Jaffrey, who is here. I will ask her to come and address this gathering in terms of what we are here for. Mayor of City of Brampton, Linda Jaffrey. Thank you, and I'm here with my colleague Gurpreet Dillon, who is a new councillor. We're a team on the City of Brampton, and we're here to deliver a message that we support your actions. We believe in equality, in fairness, in justice, wherever you live in the world. Certainly in Canada, it's something that we take for granted. And I'm going to pass the microphone to my colleague, Councillor Dillon. Thank you, Mayor Jaffrey. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਆਰਗੇਨਾਈਜ਼ਰਸ ਦਾ ਧੰਨਵਾਦ ਕਰਨਾ ਕਿ ਇਸ ਇਵੈਂਟ ਨੂੰ ਆਰਗੇਨਾਈਜ਼ ਕੀਤਾ ਤੇ ਸਾਰੇ ਅਟੈਂਡੀਜ਼ ਦਾ ਧੰਨਵਾਦ ਕਰਦਾ। I'm thankful for events like this. I've been going to them for the past 30 years. I'm 34 years old now. Since I was 4 years old, I've been going to things like this. And I can remember back to when I had an opportunity to go to an event or a rally where we can speak out and bring awareness to injustices. And I think what the people are asking for isn't something complicated. As Sikhs, we've had great contributions throughout history, whether it's the Shahidi of our Gurus or Sahibzada giving Shahidi. Whether it's Bhagat Singh or Shaheed Udham Singh for partition, we have always fought for the betterment of everyone, not just Sikhs or Punjabis, but we wanted to make sure that everyone lives in harmony. An example of this would be our own Guru's court or Maharaja Ranjit Singh's court, where they had inclusiveness and they had equality. They let everybody of every faith, of every background come and serve in the court. But I particularly want to speak about Professor Devinder Pal Singh, who's in jail right now, though there's very little evidence against him. He was accused of an act, yet the many witnesses, up to 70 of them, that testified, none of them pointed their finger at Professor Devinder Pal Singh. And there was an apparent confession, but this confession was typed on computer and the file somehow is missing now
Now, by law, you have to write it out. So this confession is even missing. And he's been in jail for well over a decade now, and this brings us back to the point of fairness for everyone, which is what we're asking for. Bhai Gurbaksh Singh is on hunger strike right now, and it's something that's brought awareness to people not only in Punjab, but to people outside of Punjab and all around the world. And this is why these type of rallies are important, because they bring the community together and they bring human rights to people's attention. So a lot of people might not have even known about what's going on, but because we've organized this event and we've asked everybody to come here and we've made everybody aware of what's going on in Punjab right now, it's brought that awareness, whereas they might have never known. So in the end, I do ardas for Bhai Gurbaksh Singh, and I pray for all of those involved, and we hope that we can live in harmony. Regardless of what our background is, what our religion is, what our culture is, what our language is, and we pray that there's justice for everybody. And one thing I'll say is that we're lucky that we live in Canada, which is the greatest country in the world, because we're able to speak freely, we're able to live freely, and we have human rights and freedom. And we hope that every country in the world can be like Canada. So on behalf of our council, Mayor Jeffrey, once again, Fateh to everybody. Waheguru Ji Ka Khalsa, Waheguru Ji Ki Fateh. They don't have any justice. The persecution today is not going to be what it used to be, say, 100 years ago, because somebody will say you have all the rights. But look at how the law is being applied. It is the manipulation of the application of the law which make us being prosecuted. So we as Canadians, we as Canadian Sikhs need to educate that to all the parliamentarians. We are already doing it, but still we need to continue doing more. We have with us Mr. Jagmeet Singh, Member Provincial Parliament from Brampton Gore Malton, and I request him to come and address. Waheguru Ji Ka Khalsa, Waheguru Ji Ki Fateh. I also want to share in adding in how honored I am that the organizers have put this event together. Mainu bahut maan hai ke sade organizers ne ye uprala liya te sare tusi ithe apni ਕੀਮਤੀ ਸਮਾਂ ਕੱਢ ਕੇ ਪਹੁੰਚੇ ਹੋਏ ਹੋ ਸੋ ਮੈਂ ਤੁਹਾਡੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦੀ ਹਾਂ ਤੇ organizers ਦਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ. What we're here to talk about has to be very clear. When we look at the world, there are countries that claim that they are democracies. ਕਿ ਦੇਸ਼ ਹੈਗੇ ਜਿਹੜੇ ਕਹਿੰਦੇ ਅਸੀਂ ਲੋਕਤੰਤਰ ਦੇਸ਼ ਹੈਗੇ ਆ. And a ਲੋਕਤੰਤਰ ਦੇਸ਼ has certain signs, certain criteria. ਤੁਸੀਂ ਐਵੇਂ ਨਹੀਂ ਕਹਿ ਸਕਦੇ ਕਿ ਅਸੀਂ ਸਭ ਤੋਂ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇਸ਼ ਆ, ਨਾਲ ਦੇ ਨਾਲ ਕੋਈ ਜ਼ਿੰਮੇਵਾਰੀ ਵੀ ਹੁੰਦੀਆਂ ਨੇ. There are certain responsibilities to be able to say that. What's absolutely clear that in a country that does not respect the rule of the law, ਇਹ ਜਿਹੜੇ ਆਮ ਗੱਲ ਹੈ ਸਾਰੇ ਜਿਹੜੇ ਲੋਕਤੰਤਰ ਦੇਸ਼ ਦੇ ਵਿੱਚ they recognize rule of law ਕਿ ਹਰੇਕ ਇਨਸਾਨ ਨੂੰ ਹਰੇਕ ਜਿਹੜੇ ਉਸ ਦੇਸ਼ ਦੇ ਨਿਵਾਸੀ ਨੂੰ ਪਤਾ ਹੋਣਾ ਚਾਹੀਦਾ ਕਿ ਜੋ ਕਾਨੂੰਨ ਹੈ ਮੇਰੇ ਨਾਲ ਵੀ ਬਰਾਬਰ ਹੋਊਗਾ ਤੇ ਦੂਸਰਿਆਂ ਨਾਲ ਵੀ ਬਰਾਬਰ ਹੋਊਗਾ. ਇਹ ਇੱਕ ਲੋਕਤੰਤਰ ਦਾ ਨਿਸ਼ਾਨੀ ਹੈ. ਜਿੱਥੇ ਇਹ ਗੱਲ ਹੈ ਨਹੀਂ ਉੱਥੇ ਡੈਮੋਕ੍ਰੇਸੀ ਹੈ ਨਹੀਂ. ਅਸੀਂ ਸਿੱਧੇ ਜਿਹੜੀ ਗੱਲਾਂ ਨਹੀਂ ਸਿੱਧੀਆਂ ਗੱਲਾਂ ਕਰੀਏ. Let's be right to the point. India is not a democracy. India has mistreated not only the Sikhs, but countless minority groups, from the Assam people to the Nagaland people, to Muslims in Gujarat, to Christians in Orissa. They have systematically oppressed minority groups. In fact, India and Punjab have systematically oppressed women as well. The issue of rape that happens in India isn't by chance. If the state specifically and systematically acts in a way to disrespect women, there's no surprise that this is going on. These are also signs that India is not a democracy. One of the things we hold very close in our hearts, we cherish,
is the fact that if you complete your sentence, if you complete your sentence, if ਜੇ ਤੁਸੀਂ ਕਹਿ ਦੋ ਤੇ ਤੁਹਾਨੂੰ ਸਜ਼ਾ ਮਿਲਦੀ ਹੈ ਤੇ ਸਜ਼ਾ ਤੋਂ ਬਾਅਦ ਤੁਹਾਨੂੰ ਛੁੱਟੀ ਮਿਲਣੀ ਚਾਹੀਦੀ ਹੈ, you should be released. That's a basic requirement of human rights. And where this doesn't exist, where people are kept past their time in prison, past their sentences, again, this is a sign that that country is not a democracy. And ਭਾਈ ਸਾਹਿਬ ਬਾਲ ਸਾਹਿਬ ਨੇ ਬਹੁਤ ਵਧੀਆ ਕਿਹਾ ਕਿ ਜੇ ਅਸੀਂ ਆਪਣੀ ਸਰਕਾਰ ਚਾਹੁੰਦੇ, ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਸਰਕਾਰ ਦੂਜੇ ਦੇਸ਼ਾਂ ਨੂੰ, ਦੂਜੇ ਸਟੇਟਸ ਨੂੰ ਕਹੇ ਕਿ ਤੁਸੀਂ ਆਪਣੇ ਜਿਹੜੇ ਕੈਦ ਬੰਦੇ ਨੇ ਉਹਨੂੰ ਰਿਲੀਜ਼ ਕਰੋ, ਪਰ ਆਪਣਾ ਸੂਬੇ ਦੇ ਵਿੱਚ ਨਹੀਂ ਹੋ ਰਿਹਾ, ਕਿ ਕਿੰਨੀ ਸ਼ਰਮ ਵਾਲੀ ਗੱਲ ਹੈ, ਕਿੰਨੀ ਧੋਖੇ ਵਾਲੀ ਗੱਲ ਹੈ. It's inconsistent and it's inappropriate. If one state claims that they should release other people, why is that state not doing it themselves? These are questions we have to ask. And the clear sign is this: neither is Punjab a democracy, neither is India a democracy, and we want the world to know this. Jo Gurbakh Singh ji ne shuru kita hai uprala, ਉਹਨਾਂ ਨੇ ਇੰਨਾ ਜ਼ਿਆਦਾ ਰੋਸ਼ਨੀ ਪਾਇਆ ਜੋ ਸਾਡੇ ਨਾਲ ਬੇਇਨਸਾਫੀਆਂ ਹੋ ਰਹੀਆਂ, ਜੇ ਸਾਨੂੰ ਪਤਾ ਆ, ਹੁਣ ਸਾਰੀ ਦੁਨੀਆ ਦੇ ਵਿੱਚ ਅਸੀਂ ਇਹ ਗੱਲਾਂ ਦੇ ਉੱਤੇ ਰੋਸ਼ਨੀ ਪਾ ਰਹੇ ਹਾਂ. We're letting the rest of the world know the type of injustice that we suffer. And I'm so honored that Gurbakh Singh ji also stated that it's not only a matter of the Sikh prisoners, there's also Hindu and Muslim prisoners. In conclusion, I want to just remind us all, and something we all know very well, ਸਾਡੇ ਗੁਰੂ ਨੇ ਸਾਨੂੰ ਐਗਜ਼ਾਮਪਲ ਦਿੱਤਾ ਆ, ਖਾਸ ਕਰਕੇ ਗੁਰੂ ਹਰਗੋਬਿੰਦ ਨੇ ਸਾਨੂੰ ਐਗਜ਼ਾਮਪਲ ਦਿੱਤਾ ਆ ਕਿ ਜਿਹੜੇ ਅਸੀਂ ਸਿੱਖ ਆ, ਸਿੱਖੀ ਦੇ ਵਿੱਚ ਇੱਕ ਸੰਤ ਹੈ ਤੇ ਨਾਲ ਸਿਪਾਹੀ ਵੀ ਆ, ਤੇ ਸਿਪਾਹੀ ਦਾ ਮਤਲਬ ਕੀ ਆ ਕਿ we must work towards justice, we must work towards the improvement of all people. ਅਸੀਂ ਸਰਬਤ ਦਾ ਭਲਾ ਵਾਲੇ ਪ੍ਰੇਮੀ ਕੌਮ ਆ, ਤੇ ਗੁਰੂ ਹਰਗੋਬਿੰਦ ਸਾਹਿਬ ਨੇ ਆਪਣਾ ਜਿਹੜੇ ਆਜ਼ਾਦੀ ਕਿਹਾ ਕਿ ਨਹੀਂ, ਮੈਨੂੰ ਆਜ਼ਾਦ ਨਾ ਕਰੋ, ਜੇ ਜਦੋਂ ਤੱਕ ਤੁਸੀਂ ਨਾਲ ਦੇ ਮੇਰੇ ਜਿਹੜੇ ਸਾਥੀ ਨੇ, ਜਿਹੜੇ ਨਾਲ ਦੇ ਕੈਦੀ ਨੇ, ਉਹਨੂੰ ਵੀ ਕੱਢੋ. This is an example of what Sikhs do. We fight for the rights of all prisoners. We fight for the rights of all people. These are specific signs of what we are as Sikhs, and it's a stark contrast to what the Indian government is and to what the Punjabi government is. So I'm very honored to be here today to stand in solidarity with you. मैं थोड़े नाल खड़े हाँ, असी गुरबख्श सिंह जी नाल खड़े हाँ, क्योंकि उन्होंने दा जिहड़ा उपराला आ कि जो इंसाफ की गल करनी, जो बेइंसाफी दे नाल कैद होए ने साडे जिहड़े सिख भाईचारा, ਉਹਨੂੰ ਉਹਦੇ ਉੱਤੇ ਜਿਹੜੀ issue ਨੂੰ highlight ਕਰਨੀ. It's an amazing initiative. I'm so honored to be here, and I want to thank you all again for standing together for justice as Sikhs do. Thank you so much once again to the organizers. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. ਹਾਂਜੀ, ਅੱਜ 7 ਜਨਵਰੀ 2015 ਦਾ ਇਹ ਦਿਨ ਜੋ ਭਾਈ ਸਾਹਿਬ ਭਾਈ ਗੁਰਬਖਸ਼ ਸਿੰਘ ਜੀ ਦੇ ਸਰਮਤ ਉਹਨਾਂ ਦੇ ਯਾਦ ਸਮਰਪਿਤ ਕੀਤਾ ਗਿਆ ਹੈ. ਇਸ ਦਿਨ ਦੇ ਉੱਤੇ ਉਹਨਾਂ ਦੇ ਆਦੇਸ਼ ਅਨੁਸਾਰ ਸਾਰੇ ਜਗਤ ਦੇ ਵਿੱਚ ਕਾਲੀਆਂ ਝੰਡੀਆਂ ਲੈ ਕੇ ਇਹ ਕਿਤੇ ਮਾਰਚ ਹੋ ਰਹੇ ਹਨ, ਕਿਤੇ ਬੈਠਕਾਂ ਹੋ ਰਹੀਆਂ ਹਨ, ਕਿਤੇ ਇੱਦਾਂ ਪ੍ਰੋਗਰਾਮ ਹੋ ਰਹੇ ਹਨ. ਮੇਰੇ ਵੱਲੋਂ ਇਹ ਤਾਕੀਦ ਹੈ, ਜਿੱਥੇ ਜਿੱਥੇ ਵੀ ਕੋਈ ਗੁਰਸਿੱਖ ਪਰਿਵਾਰ ਵਸਦੇ ਹਨ, ਜਿਨ੍ਹਾਂ ਨੂੰ ਕੌਮ ਦੇ ਨਾਲ ਦਰਦ ਹੈ, ਉਹ ਇਸ ਤਰ੍ਹਾਂ ਦੇ ਸਮਾਗਮਾਂ ਦੇ ਵਿੱਚ ਲਗਾਤਾਰ ਸ਼ਾਮਲ ਹੋਣ. Thank you, Jagmeet. Before I invite Mr. Martin Singh, who is a candidate from one of the ridings here in the Brampton, but more importantly, he is an activist or an active member of the New Democratic Party. So before I invite him to read out the statement by the NDP party, I would like to share what Honorable Tim Uppal said about this whole episode so far. Over the last number of days, I have been contacted by many Canadians regarding Gurbakh Singh's peaceful protest for equality under the Indian justice system. He has been on a hunger strike since November 14, and his health has reached a critical stage. Last night, I had the opportunity to speak to him personally over the phone from India. Despite his deteriorating health, he continues to be very determined that the rule of law in India
must be applied to everyone equally regardless of their religion. I have raised this issue with Government of India officials who assured me that their government is looking into the matter. Since then, we have been following with Honorable Uppal, and in a couple of days he might have some response what the stand of the Indian government is, although we know of from we have been hearing. So again, it is the rule of law which is not being applied equally to all the citizens of India or to the minorities, us including the Sikhs. So now I would like to invite Mr. Martin Singh to come and say a few words and also share the NDP statement on Gurbaksh Singh Khalsa. Mr. Martin Singh. Vaheguru Ji Ka Khalsa, Vaheguru Ji Ki Fateh. Paji, thank you for giving me the opportunity to share the federal NDP's message today. Thank you to you and all the other organizers, and to all of you also who took time from your busy schedules to come out tonight to show your support for Bhai Gurbaksh Singh Ji. It is really very much appreciated and heartwarming. What I would like to do is just speak very, very briefly as to history. The federal NDP has not just supported, the Panthic community and Sikh issues today, or even yesterday, or last week, or last month. This is a support that's been ongoing for a number of years. It began most strongly with Jack Layton and him speaking out on a whole number of issues, including Komagata Maru and the recognition of the injustices that have happened against the Sikh community. This tradition has then carried on through to Tom Mulcair and his support of our community as well. Specifically, we have on record at the Montreal Convention, which was his first convention as leader, where we passed a resolution recognizing Jaswant Singh Kalra as a human rights activist. And I can tell you, on the floor of that convention hall, where I was able to speak and Jagmeet Singh was able to speak among others, that resolution was passed unanimously. And not all the people on that floor were Sikh people. That is to say that the majority and the overwhelming majority of delegates that were at that convention were not from our community, yet they recognized the contribution that Jaswant Singh Kalra has made towards human rights. And so this support continues today. The support that we see today is not something that's just specific to the Sikh community. What we have is we have the federal NDP representing all the communities across this great country, from sea to sea to sea, saying, we stand with you. We stand with Bhai Gurbaksh Singh Ji and his efforts to bring human rights and justice in India. So specifically, the press release reads as follows. NDP statement on Gurbaksh Singh Khalsa. Official opposition human rights critic Wayne Marsden, Member of Parliament for Hamilton East, Stony Creek, made the following statement today. New Democrats are concerned about the condition of Gurbaksh Singh, a peaceful protester in Punjab who has been on a hunger strike for 54 days since November 14th, 2014, to highlight the treatment of prisoners detained under counterinsurgency laws in India. The Punjabi Canadian community has expressed serious concern about the plight of prisoners currently in detention, including Professor Devinder Pal Singh Puller. Many are worried about reported irregularities in the application of the law, including holding prisoners beyond the normal term of their sentences. New Democrats call on the Minister of Foreign Affairs to send a clear message to the Government of India that the human rights of all those in custody must be respected. I'd like to thank all of you today for giving me the opportunity to share the NDP's message with you, and know this, that New Democrats from coast to coast to coast, from all communities, stand hand in hand, shoulder to shoulder with all the people here in the Sikh community who are looking to give our support to our brother Bhai Gurbaksh Singh Ji in India. Thank you so much. Vaheguru Ji Ka Khalsa, Vaheguru Ji Ki Fateh. Thank you very much, Martin Singh. I just want to make one or two announcements with respect to the chain hunger strike which we are staging in front of the Indian High Commission in Ottawa. We
we do need some sevadars, volunteers, who are willing to go there and stage a strike, stage a protest, stage a hunger strike there. So you can contact me or Mr. Sukhminder Singh Hansra or Mr. Jasbir Singh. Sukhminder Singh Hansra's phone number is 905-455-9999 and Mr. Jasbir Singh's phone number is 905-580-3000. We will continue. The Sangat from Montreal is fully participating in that chain hunger strike and the protests. So they every second day do send a delegation who sit there. And we also go from here in Brampton, and the local Ottawa Sikh Sangat, Ottawa Sikh Society, they support us in every way they possibly can. We go and stay there overnight if we need to be, and their sevadars and the community at large, they do come and go on few hours basis every day. So we do need that help from you to go and cooperate with us in that sense. So we are going to be hearing from Mr. Gurbaksh Singh. Okay, so we have a couple of more minutes before we can hook up with him. I will request, we have all the sevadars, I will say, from the different gurdwaras and from the different Sikh organizations here, and it is a joint effort. Again, I will say, although these fellows are the presidents or the committee members of any one particular Gurdwara or an organization, but it is the responsibility of each and every one of us to contribute and do whatever needs to be done. Because let's not make any doubt about this, that Sikhs are being treated equally in India or fairly in India. Sikhs are second-class citizens in India. And I'll say, listen to some of the politicians, because the politicians are opportunists, they don't say the right thing most of the time. But just listen to the songs, different singers who sing or writers who write. What kind of pain they are reflecting in the words, that how the community is being treated, how the Punjab is being treated. And they always sense that there is something is missing in their being an Indian. Now what is that? We need to ask ourselves, and I'm sure they are asking themselves. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਬਰੈਂਪਟਨ ਦੇ ਵਿੱਚ ਚਾਂਦਨੀ ਬੈਂਕਟ ਹਾਲ ਵਿੱਚ ਜੋ ਬਲੈਕ ਫਲੈਗ ਰੈਲੀ ਭਾਈ ਸਾਹਿਬ ਭਾਈ ਗੁਰਬਖਸ਼ ਸਿੰਘ ਜੀ ਉਹਨਾਂ ਦੇ ਸੰਘਰਸ਼ ਦੇ ਸੰਬੰਧ ਦੇ ਵਿੱਚ ਉਹਨਾਂ ਦੀ ਸਪੋਰਟ ਦੇ ਵਿੱਚ ਹੋ ਰਹੀ ਹੈ। ਇੱਥੇ ਸੈਂਕੜਿਆਂ ਦੇ ਰੂਪ ਦੇ ਵਿੱਚ ਸੰਗਤਾਂ ਅੱਜ ਪਹੁੰਚੀਆਂ ਹੋਈਆਂ ਹਨ। ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਕ੍ਰੋਸ ਕੈਨੇਡਾ ਸੰਗਤਾਂ ਨੂੰ ਇਹ ਵੀ ਬੇਨਤੀ ਹੈ ਜੀ ਕਿ ਜਿੰਨੇ ਵੀ ਆਪਾਂ ਇਸ ਸੰਘਰਸ਼ ਦੇ ਵਿੱਚ ਸ਼ਾਮਲ ਹੋ ਸਕਦੇ ਹਾਂ, ਭਾਈ ਸਾਹਿਬ ਭਾਈ ਗੁਰਬਖਸ਼ ਸਿੰਘ ਜੀ ਉਹਨਾਂ ਦੇ ਸੰਘਰਸ਼ ਦੀ ਅਸੀਂ ਹਮਾਇਤ ਕਰ ਸਕਦੇ ਹਾਂ। ਉਹ ਅਸੀਂ ਫੇਸਬੁੱਕ ਤੇ ਜਾ ਕੇ ਆਪਣੀਆਂ ਵੀਡੀਓ ਅਪਲੋਡ ਕਰਿਓ। ਜਿਹੜੇ ਆਪਣੇ ਲੋਕਲ ਐਮਪੀਜ਼ ਵਗੈਰਾ ਹਨ ਉਹਨਾਂ ਨੂੰ ਚਿੱਠੀਆਂ ਲਿਖ ਕੇ ਕਿ ਇਹਦੇ ਖਿਲਾਫ ਤੁਸੀਂ ਆਵਾਜ਼ ਉਠਾਓ ਇੱਥੇ ਇਸ ਦੇ ਹੱਕ ਵਿੱਚ, ਕਿ ਭਾਈ ਸਾਹਿਬ ਭਾਈ ਗੁਰਬਖਸ਼ ਸਿੰਘ ਜੀ ਜੋ ਕਾਰਜ ਉੱਥੇ ਕਰ ਰਹੇ ਹਨ, ਜੋ ਉਹਨਾਂ ਨੇ ਸੰਘਰਸ਼ ਵਿੱਢਿਆ ਹੈ, ਉਹਦਾ ਮਹੱਤਵ ਕੀ ਹੈ। ਜਿਹੜੇ ਲੋਕ ਉੱਥੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ, ਅਸੀਂ ਕੋਈ ਇਹ ਗੈਰ ਕਾਨੂੰਨੀ ਗੱਲ ਨਹੀਂ ਕਰ ਰਹੇ। ਅਸੀਂ ਸਿਰਫ ਇਹ ਕਹਿ ਰਹੇ ਹਾਂ ਕਿ ਜੋ ਉਹਨਾਂ ਦੇ ਕੌਨਸਟੀਟਿਊਸ਼ਨ ਦੇ ਮੁਤਾਬਿਕ ਆਪਣੀਆਂ ਜਿਹੜੀਆਂ ਸਜ਼ਾਵਾਂ ਨੇ ਉਹ ਪੂਰੀਆਂ ਕਰ ਚੁੱਕੇ ਹਨ, ਉਹਨਾਂ ਨੂੰ ਰਿਹਾ ਕੀਤਾ ਜਾਵੇ। ਅਸੀਂ ਕੋਈ ਇਹ ਨਹੀਂ ਕਹਿ ਰਹੇ ਕਿ ਜਿਹੜੇ ਸਜ਼ਾਵਾਂ ਦੇ ਅਧੀਨ ਹਨ ਉਹਨਾਂ ਨੂੰ, ਜਾਂ ਜਿਨ੍ਹਾਂ ਨੇ ਹਾਲੇ ਸਜ਼ਾਵਾਂ ਨਹੀਂ ਪੂਰੀਆਂ ਕੀਤੀਆਂ ਉਹਨਾਂ ਨੂੰ ਰਿਹਾ ਕੀਤਾ ਜਾਵੇ। ਭਾਈ ਸਾਹਿਬ ਉਹਨਾਂ ਦਾ ਮੈਸੇਜ ਬਹੁਤ ਹੀ ਕਲੀਅਰ ਹੈ ਕਿ ਜਿਹੜੇ ਵੀ ਸਿੰਘ ਉੱਥੇ ਜੇਲ੍ਹਾਂ ਵਿੱਚ ਬੈਠੇ 20-20, 25-25 ਸਾਲ ਤੋਂ ਆਪਣੀਆਂ ਉਮਰ ਕੈਦ ਦੀਆਂ ਸਜ਼ਾਵਾਂ ਜੋ ਪੂਰੀਆਂ ਕਰ ਚੁੱਕੇ ਹਨ ਉਹਨਾਂ ਨੂੰ ਰਿਹਾ ਕੀਤਾ ਜਾਵੇ। ਸੋ ਅਸੀਂ ਇੱਥੇ ਅੱਜ ਬਰੈਂਪਟਨ ਦੇ ਵਿੱਚ ਪੂਰਾ ਭਾਈ ਸਾਹਿਬ ਭਾਈ ਗੁਰਬਖਸ਼ ਸਿੰਘ ਉਹਨਾਂ ਨੂੰ ਸਮਰਥਨ ਦਿੰਦੇ ਹਾਂ ਜੀ, ਅਤੇ ਉਹਨਾਂ ਦੀ ਪੂਰੀ ਸਪੋਰਟ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਬਾਬਾ ਬੁੱਢਾ ਜੀ ਗੁਰਦੁਆਰਾ ਸਟੋਨੀ ਕ੍ਰੀਕ ਤੋਂ ਇੱਥੇ ਆਏ ਹਾਂ ਤੇ ਮੇਰਾ ਨਾਮ ਰਾਮਪਾਲ ਸਿੰਘ ਢਿੱਲੋਂ ਹੈ ਤੇ ਅਸੀਂ ਬੇਸਿਕਲੀ ਜੋ ਭਾਈ ਗੁਰਬਖਸ਼ ਸਿੰਘ ਜੀ ਨੇ ਸੱਦਾ ਦਿੱਤਾ ਹੈ, ਇਹ ਬਾਦਲ ਦੇ ਲਈ ਸਿੱਧੀ ਇੱਕ ਚੇਤਾਵਨੀ ਹੈ ਕਿ ਅਸੀਂ ਲੋਕ ਬਾਹਰ ਨਿਕਲ ਆਏ ਹਾਂ ਤੇ ਅਸੀਂ ਚਾਹੁੰਦੇ ਹਾਂ ਕਿ ਉਹ ਜਿਹੜੇ ਸਿੰਘ ਜੇਲ੍ਹਾਂ ਦੇ ਵਿੱਚ ਬੈਠੇ ਨੇ ਉਹਨਾਂ ਦੀ ਰਿਹਾਈ ਕੀਤੀ ਜਾਵੇ। ਤੇ ਇਸ ਸੰਬੰਧ ਦੇ ਵਿੱਚ ਇੱਥੇ ਕਿਊਬੈਕ ਤੋਂ, ontario ਤੋਂ, ਸਟੋਨੀ ਕ੍ਰੀਕ ਤੋਂ, ਹੈਮਿਲਟਨ ਤੋਂ ਕਾਫੀ ਸੰਗਤ ਆ ਰਹੀ ਹੈ। ਤਾਂ ਬੇਸਿਕਲੀ ਜਿਹੜਾ ਸਾਡੀ ਡਿਮਾਂਡ ਇੱਕੋ ਹੀ ਆ ਕਿ ਉਹ ਸਿੰਘ ਜਲਦੀ ਤੋਂ ਜਲਦੀ ਰਿਹਾ ਕੀਤੇ ਜਾਣ। ਇਹ ਮਨ
ਬੇਈਮਾਨੀ ਬਹੁਤ ਬੜਾ ਚਿਰ ਨਹੀਂ ਚੱਲਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। To come and say, any one of the presidents want to say a few words. Sardar Avtar Singh Ji Punia, Sardar Avtar Singh Punia was the first fellow who volunteered to be to sit in the front of Indian High Commission as a participating in the chain hunger strike. So I request him to say a few words. Thank you very much, Rajiv. One thing I do, I'll probably speak in Punjabi because I am most educated in all of the presidents here, and मैं ਸਭ ਤੋਂ ਪਹਿਲਾਂ ਇਹ ਜਿਹਦਾ ਕਿਉਂਕਿ ਇਸ ਚੀਜ਼ ਨੂੰ ਬਹੁਤ ਚਿਰ ਹੋ ਗਿਆ ਸੀ, ਕੋਈ ਵੀ ਪੈਰ ਨਹੀਂ ਸੀ ਲਾ ਰਿਹਾ ਸਾਡੇ ਟੋਰਾਂਟੋ ਦੇ ਵਿੱਚ ਵੀ ਅਸੀਂ ਕੋਈ ਹਿਊਮਨ ਰਾਈਟ ਦਾ ਕੰਮ ਜਿਹੜਾ ਕਰੀਏ ਜਾਂ ਭਾਈ ਗੁਰਬਖਸ਼ ਸਿੰਘ ਦੀ ਮੈਂ ਆਪਣੇ ਤਕਰੀਬਨ ਸਹਿਯੋਗੀ ਜਿਹੜੇ ਸਿੱਖ ਫਰੰਟ ਦੇ ਮੇਰੇ ਵੀਰ ਹਨ ਜਿਹੜੇ ਹਰ ਮੋਰਚੇ ਤੇ ਮੋਹਰੇ ਹੁੰਦੇ ਹਨ, ਪਰ ਇਸ ਮੋਰਚੇ ਤੇ ਉਹਨਾਂ ਨੇ ਵੀ ਢਿੱਲ ਰੱਖੀ, ਪਰ ਕੁਦਰਤ ਦੇ ਜਿਹੜੇ ਅਸੂਲ ਹੁੰਦੇ ਨੇ ਉਹ ਵੱਖਰੇ ਹੁੰਦੇ ਆ। ਇਸੇ ਹੀ ਹਾਲ ਦੇ ਵਿੱਚ ਪੰਜਾਬੀ ਪ੍ਰੈਸ ਕਲੱਬ ਵੱਲੋਂ ਇੱਕ ਨਾਈਟ ਮਨਾਈ ਗਈ ਜਿਸ ਦੇ ਵਿੱਚ ਇਹ ਆਈਡੀਆ ਭਾਈ ਜਸਵੀਰ ਸਿੰਘ ਨੇ ਇੱਥੇ ਦਿੱਤਾ ਵੀ ਆਪਾਂ ਨੂੰ ਕੁਝ ਕਰਨਾ ਚਾਹੀਦਾ, ਤੇ ਇਹਨਾਂ ਨੇ ਤਾਂ ਬਹੁਤ ਕੁਝ ਕਿਹਾ ਜਿਹੜਾ ਮੈਂ ਤੁਹਾਨੂੰ ਸ਼ਾਇਦ ਨਾ ਦੱਸ ਸਕਾਂ, ਤੇ ਉਹ ਮੈਂ ਵੀ ਥੋੜਾ ਜਿਹਾ ਫਿਰ ਵਿਸਲਾ ਹੋ ਗਿਆ। ਪਰ ਉਸ ਤੋਂ ਬਾਅਦ ਭਾਜੀ ਮਨੋਹਰਵਾਲ ਨੇ ਤਾਂ ਜਸਵੀਰ ਸਿੰਘ ਨੇ ਤੇ ਪ੍ਰਿਤਪਾਲ ਹੋਰੀ ਇਕੱਠੇ ਹੋ ਕੇ ਇੱਕ ਮੀਟਿੰਗ ਅਰੇਂਜ ਕੀਤੀ ਜਿਹੜੀ ਕਿ ਗੁਰੂ ਨਾਨਕ ਮਿਸ਼ਨ ਸੈਂਟਰ ਦੇ ਉੱਤੇ ਪੀਟਰ ਰਾਬਰਟਸਨ ਤੇ ਹੋਈ। ਉਸ ਦੇ ਵਿੱਚ ਇਹਨਾਂ ਨੇ ਰਲ ਕੇ ਤੇ ਸਾਰਿਆਂ ਨੂੰ ਨਾਲ ਲੈ ਕੇ, ਮੈਂ ਅੱਜ ਇਹ ਤੁਹਾਨੂੰ ਦੱਸ ਦਵਾਂ ਵੀ ਇਹਨਾਂ ਨੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਕੀਤੀ, ਤੇ ਇੱਕ ਹੋਰ ਮੀਟਿੰਗ ਨੈਕਸਟ ਵੀਕ ਰੈਕਸਡੇਲ ਦੀ ਰੱਖ ਦਿੱਤੀ ਜਿਹਦਾ ਇਨਵੀਟੇਸ਼ਨ ਕਿਸੇ ਇਕੱਲੇ ਬੰਦੇ ਨੂੰ ਨਹੀਂ ਦਿੱਤਾ ਗਿਆ। ਏਡ ਦੇ ਉੱਤੇ ਸਾਰੀਆਂ ਜਥੇਬੰਦੀਆਂ, ਸਾਰੇ ਗੁਰਦੁਆਰਾ ਸਾਹਿਬਾਨ, ਹਰੇਕ ਨੂੰ ਦਿੱਤਾ ਗਿਆ। ਫੋਨ ਕਰਕੇ ਕਿਸੇ ਨੂੰ ਇਨਵੀਟੇਸ਼ਨ ਨਹੀਂ ਮਿਲਿਆ, ਪਰ ਉੱਥੇ ਤਕਰੀਬਨ 40 ਕੁ ਸਿੰਘ ਆਏ ਤੇ ਉਹਨਾਂ ਨੇ ਜੋ ਡਿਸੀਜਨ ਕੀਤਾ ਉਹ ਤੁਹਾਡੇ ਆਟਵੇ ਦੇ ਵਿੱਚ ਜਿਹੜੀ ਹੰਗਰ ਸਟ੍ਰਾਈਕ ਜਿਵੇਂ ਚੱਲ ਰਹੀ ਹੈ ਉਹ ਕੀਤਾ। ਉਸ ਦੇ ਨਾਲ ਨਾਲ ਇਹਨਾਂ ਨੇ ਇਹ ਵੀ ਕੀਤਾ ਵੀ ਭਾਈ ਜਿਹੜਾ ਵੀ ਸਾਡੇ ਵਿੱਚ ਜਾਵੇ ਤੇ ਜੇ ਕੋਈ ਉੱਥੇ ਨਹੀਂ ਆਇਆ ਤੇ ਜ਼ਿੰਮੇਵਾਰੀ ਲਾਈ ਇਹਨਾਂ ਨੇ ਵੀ ਤੁਸੀਂ ਫਲਾਣੇ ਨੂੰ ਕਹਿਣਾ, ਅਸੀਂ ਫਲਾਣੇ ਨੂੰ ਕਹਿਣਾ, ਉਹਨਾਂ ਨੂੰ ਵੀ ਕਿਹਾ। ਪਰ ਇਹਦੇ ਵਿੱਚ ਸਾਨੂੰ ਕੋਈ ਇਹ ਨਹੀਂ ਬਲੇਮ ਕਰ ਸਕਦਾ ਵੀ ਅਸੀਂ ਕਿਸੇ ਨੂੰ ਦੱਸਿਆ ਨਹੀਂ। ਉਸ ਤੋਂ ਬਾਅਦ ਅਸੀਂ ਦੱਸਿਆ ਵੀ ਹਰੇਕ ਨੂੰ ਵੀ ਭਾਈ ਤੁਸੀਂ ਆਣ ਕੇ ਜੁਆਇਨ ਕਰੋ। ਉਸ ਤੋਂ ਬਾਅਦ ਇਹਨਾਂ ਨੇ ਡੈਮੋਸਟ੍ਰੇਸ਼ਨ ਉੱਥੇ ਅਰੇਂਜ ਕੀਤੀ ਜਿਹਦੇ ਵਿੱਚ ਸੰਗਤਾਂ ਨੇ ਇਹਨੂੰ ਭਰਪੂਰ ਹੰਗਾਰਾ ਦਿੱਤਾ, ਪਰ ਸਾਡੀ ਲੀਡਰਸ਼ਿਪ ਸੋ ਕਾਲਡ ਜਿਹੜੇ ਇੱਥੇ ਸਾਰਾ ਕੰਟਰੋਲ ਕਰਦੇ ਨੇ ਉਹ ਮੈਨੂੰ ਕਿਤੇ ਨਜ਼ਰ ਨਹੀਂ ਆਏ। ਪਤਾ ਨਹੀਂ ਉਹ ਕਿਹੜੀ ਗੱਲ ਤੋਂ ਗੁੱਸੇ ਹਨ ਜਾਂ ਕੀ ਉਹਨਾਂ ਨੇ ਕੀ ਕਰਨਾ ਹੈ, ਇਹ ਉਹੀ ਜਾਣਦੇ ਹਨ। ਇਹਨਾਂ ਨੇ ਵੀ ਅੱਜ ਇੱਥੇ ਪਾਰਟਿਸਿਪੇਟ ਕੀਤਾ ਜਾਂ ਡੇ 1 ਤੋਂ ਲੈ ਕੇ ਅੱਜ 17ਵਾਂ ਦਿਨ ਆ, ਉੱਥੇ ਵੱਧ ਚੜ ਕੇ ਮੇਰੇ ਭੈਣ ਭਰਾ ਇੱਥੋਂ ਮੌਂਟਰੀਅਲ ਤੋਂ, ਆਟਵਾ ਤੋਂ, ਬਰਲਿੰਗਟਨ ਤੋਂ, ਹੈਮਿਲਟਨ ਤੋਂ ਬਹੁਤ ਖੁੱਲੇ ਦਿਲ ਨਾਲ ਜਾ ਰਹੇ ਨੇ। ਇਹ ਮੈਂ ਤੁਹਾਨੂੰ ਵੀ ਸਾਰਿਆਂ ਨੂੰ ਬੇਨਤੀ ਕਰਦਾ ਵੀ ਜਦੋਂ ਵੀ ਤੁਹਾਡੇ ਕੋਲ ਟਾਈਮ, ਕੋਈ ਜ਼ਰੂਰੀ ਨਹੀਂ ਬਈ ਤੁਸੀਂ ਐਸੇ ਦਿਨ ਜਾਣਾ, ਜਦੋਂ ਵੀ ਤੁਹਾਡੇ ਕੋਲ ਟਾਈਮ ਹੋਵੇ, 1 ਦਿਨ ਦਾ 2 ਦਿਨ ਦਾ, ਉਹਨਾਂ ਕੁ ਟਾਈਮ ਆਪਣਾ ਜਿੰਨਾ ਚਿਰ ਸਾਡਾ ਸੰਘਰਸ਼ ਚੱਲਦਾ ਉਹਦੇ ਵਿੱਚ ਇਹਨਾਂ ਵੀਰਾਂ ਦਾ ਸਾਡਾ ਸਾਥ ਦੇਵੋ। ਤੁਹਾਡਾ ਇੱਥੇ ਅੱਜ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ। ਮੇਰੇ ਤੋਂ ਬੋਲਦਿਆਂ ਦੇ ਕਿਸੇ ਦੇ ਖਿਲਾਫ ਕੁਛ ਕਿਹਾ ਹੋਵੇ ਦਾਸ ਖਿਮਾ ਦਾ ਜਾਜਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹ ਜੋ ਆਪਾਂ ਮਤਾ ਪਾਸ ਕਰਨਾ ਹੈ, ਆਪਾਂ ਉਹਦੇ ਬਾਰੇ ਥੋੜ੍ਹੀ ਜਿਹੀ ਵਿਚਾਰ ਕਰ ਲਈਏ ਕਿਉਂਕਿ ਉਹਨਾਂ ਚਿਰ ਤੱਕ ਕਨੈਕਸ਼ਨ ਮੇਰਾ ਖਿਆਲ ਲੱਗ ਰਿਹਾ ਹੈ। ਜਿਹੜੀ ਉਹਦੀ ਬੈਕਗਰਾਉਂਡ ਹੈ, ਭੂਮਿਕਾ ਹੈ, ਉਹ ਜੋ ਕੁਝ ਹੁਣ ਤੱਕ ਆਪਾਂ ਜਾਣਦੇ ਹਾਂ ਜਾਂ ਉੱਥੇ ਕਿਹਾ ਗਿਆ ਹੈ ਉਹੀ ਹੈ। ਪਰ ਮੰਗ ਕੀ ਹੈ? Be it resolved that we, the Sikhs of Ontario, being represented by various gurdwaras and organizations, urge the government of Punjab, number 1,
to immediately and unconditionally release all illegally and arbitrarily detained prisoners in the state of Punjab, India, including the Sikh prisoners for whom Gurbaksh Singh is campaigning. Number 2, and to immediately pass a resolution in the Punjab Legislature Assembly calling upon other Indian states and the central Indian government to immediately do the same. ਸੋ ਥੋੜੇ ਲਫ਼ਜ਼ਾਂ 'ਚ ਇਹੋ ਵੀ ਪੰਜਾਬ ਦੀ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਜਿਹੜੇ ਤੁਹਾਡੀਆਂ ਜੇਲ੍ਹਾਂ ਦੇ ਵਿੱਚ ਸਿੱਖ ਕੈਦੀ ਬੰਦ ਹਨ ਉਹਦੀ ਡਿਟੇਲ ਤੁਸੀਂ ਜ਼ਰੂਰ ਗੂਗਲ ਤੇ ਜਾਂ ਅਖਬਾਰਾਂ ਵਿੱਚ ਜਾਂ YouTube ਤੇ ਵੇਖੀ ਹੋਵੇਗੀ ਵੀ ਉਹਨਾਂ ਨੂੰ ਛੱਡੋ ਤੇ ਪੰਜਾਬ ਦੀ ਅਸੈਂਬਲੀ ਜਿਹੜੀ ਹੈ ਉਹ ਇਹ ਮਤਾ ਪਾਸ ਕਰਕੇ ਦੂਸਰੀਆਂ ਸਟੇਟਾਂ ਨੂੰ ਵੀ ਬੇਨਤੀ ਕਰੇ ਤੇ ਸੈਂਟਰਲ ਦੀ ਸਰਕਾਰ ਨੂੰ ਵੀ ਬੇਨਤੀ ਕਰੇ ਕਿ ਜਿਹੜੇ ਸਿੱਖ ਉਹਨਾਂ ਸੂਬਿਆਂ ਵਿੱਚ ਜਾਂ ਕੇਂਦਰੀ ਜੇਲ੍ਹਾਂ ਦੇ ਵਿੱਚ ਬੰਦ ਹਨ ਉਹਨਾਂ ਨੂੰ ਵੀ ਰਿਲੀਜ਼ ਕੀਤਾ ਜਾਵੇ। ਸੋ ਮੈਂ ਗੁਰਦੁਆਰਾ ਸਾਹਿਬਾਨਾਂ ਦੇ ਸਾਰੇ ਮੁੱਖ ਸੇਵਾਦਾਰ ਖੜੇ ਹਨ, ਇਹਨਾਂ ਨੂੰ ਕਿਸੇ ਨੂੰ ਬੇਨਤੀ ਕਰਾਂਗਾ ਕਿ 1-2 ਮਿੰਟ ਬੋਲ ਕੇ ਇਸ ਮਤੇ ਨੂੰ ਆਪ ਜੀ ਕੋਲੋਂ ਸਵੀਕਾਰ ਕਰਾਇਆ ਜਾਵੇ। ਗੁਰੂ ਪਿਆਰੇ ਖਾਲਸਾ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। First of all, I would like to thank each and every one of you that has attended this rally tonight, the rally in Ottawa, which took place on the 2nd of January, and especially all the politicians, mainstream politicians, and our own brothers that are in attendance today to show solidarity with Bhai Gurbaksh Singh Ji Khalsa. I would like to thank all of you, each and every one, for coming here today. ਭਾਈ ਸਾਹਿਬ ਭਾਈ ਮਨੋਹਰ ਸਿੰਘ ਬਾਲੂਣਾ ਨੇ ਹੁਣੇ ਇੱਕ ਮਤਾ ਪੜ੍ਹਿਆ। ਮੈਂ ਚਾਹਾਂਗਾ ਕਿ ਆਪਾਂ ਸਾਰੇ ਅੱਜ ਜਿੰਨੇ ਵੀ ਇੱਥੇ ਬੈਠੇ ਹਾਂ ਉਹ ਇੱਕ ਜੈਕਾਰਾ ਗੁਜਾ ਕੇ ਇਸ ਮਤੇ ਨੂੰ ਪ੍ਰਵਾਨਗੀ ਦਈਏ। ਬੋਲੇ ਸੋ ਨਿਹਾਲ। ਬਹੁਤ ਬਹੁਤ ਧੰਨਵਾਦ। ਇਹ ਜੋ ਮਤਾ ਹੈ ਜੀ ਇਹਨੂੰ ਆਪਾਂ ਸਮਝਿਆ ਜਾਵੇਗਾ ਕਿ ਪਾਸ ਹੋ ਗਿਆ ਹੈ। ਬਹੁਤ ਸਾਰੀਆਂ ਗੱਲਾਂ ਆਪਾਂ ਕਰ ਚੁੱਕੇ ਹਾਂ, ਬਹੁਤ ਸਾਰੀਆਂ ਗੱਲਾਂ ਆਪਾਂ ਸੁਣ ਚੁੱਕੇ ਹਾਂ। ਮੈਂ ਸਿਰਫ ਇੱਕੋ ਹੀ ਗੱਲ ਕਹਿਣੀ ਚਾਹਾਂਗਾ ਕਿ ਪਿਛਲੇ 57 ਦਿਨ ਤੋਂ ਭਾਈ ਸਾਹਿਬ ਭਾਈ ਗੁਰਬਖਸ਼ ਸਿੰਘ ਜੀ ਖਾਲਸਾ ਪੰਜਾਬ ਇੰਡੀਅਨ ਗਵਰਨਮੈਂਟ ਦੇ ਖਿਲਾਫ ਸ਼ਾਂਤਮਈ ਸੰਘਰਸ਼ ਕਰ ਰਹੇ ਹਨ। ਉਹ ਹੰਗਰ ਸਟ੍ਰਾਈਕ ਤੇ ਬੈਠੇ ਹੋਏ ਹਨ। ਉਹਨਾਂ ਦੀਆਂ ਜੋ ਮੰਗਾਂ ਹਨ ਉਹ ਜਾਇਜ਼ ਨੇ। ਉਹਨਾਂ ਨੂੰ ਕਿਸੇ ਵੀ ਦੁਨੀਆ ਦੀ ਡੈਮੋਕ੍ਰੇਸੀ ਦੇ ਵਿੱਚ ਨਾਜਾਇਜ਼ ਕਰਾਰ ਨਹੀਂ ਦਿੱਤਾ ਜਾ ਸਕਦਾ। ਉਹਨਾਂ ਨੇ ਜੋ ਮੰਗ ਕੀਤੀ ਹੈ ਕਿ ਉਹ ਪ੍ਰਿਜ਼ਨਰ, ਉਹ ਸਿੱਖ ਪ੍ਰਿਜ਼ਨਰਸ, ਇਹ ਗੱਲ ਵੱਖਰੀ ਹੈ ਕਿ ਉਹ ਕਸੂਰਵਾਰ ਸਨ ਜਾਂ ਨਹੀਂ ਸਨ, whether they're guilty or not is a different issue, but ਉਹਨਾਂ ਨੂੰ ਜੋ ਸਜ਼ਾ ਦਿੱਤੀ ਗਈ ਸੀ ਉਹ ਸਜ਼ਾ ਉਹ ਪੂਰੀ ਕਰ ਚੁੱਕੇ ਹਨ। ਦੁਨੀਆ ਦੇ ਵਿੱਚ ਕੋਈ ਵੀ ਅਜਿਹੀ ਕੰਟਰੀ, ਕੋਈ ਵੀ ਅਜਿਹਾ ਦੇਸ਼ ਜੋ ਆਪਣੇ ਆਪ ਨੂੰ ਨਿੱਕੇ ਤੋਂ ਨਿੱਕੀ ਡੈਮੋਕ੍ਰੇਸੀ ਵੀ ਕਹਾਉਂਦਾ ਹੈ, ਮੈਨੂੰ ਲੱਗਦਾ ਕਿ ਉਹ ਕਿਸੇ ਵੀ ਇਹੋ ਜਿਹੀ ਕੰਟਰੀ ਦੇ ਵਿੱਚ ਜਿੰਨਾ ਧੱਕਾ ਸਿੱਖਾਂ ਦੇ ਨਾਲ ਹਿੰਦੁਸਤਾਨ ਦੇ ਵਿੱਚ ਹੋ ਰਿਹਾ ਹੈ ਉਹ ਆਪਣੇ ਸਿਟੀਜ਼ਨ ਦੇ ਨਾਲ ਜਾਂ ਈਵਨ ਜਿਹੜੇ ਬਾਹਰੋਂ ਕੋਈ ਉਹਨਾਂ ਦੇ ਪ੍ਰਿਜ਼ਨਰ ਰੱਖੇ ਹੋਣਗੇ ਉਹਨਾਂ ਨਾਲ ਨਹੀਂ ਕਰਦੀ ਹੋਵੇਗੀ। ਅੱਜ 3 ਦਹਾਕੇ 30 ਸਾਲ 35 years ਹੋ ਚੁੱਕੇ ਹਨ ਇਹਨਾਂ ਵੀਰਾਂ ਨੂੰ ਜੇਲ੍ਹਾਂ ਵਿੱਚ। ਕੋਈ ਕਰਨਾਟਕਾ ਦੀ ਜੇਲ੍ਹ ਵਿੱਚ ਬੈਠਾ ਹੈ, ਕੋਈ ਕਿਸੇ ਹੋਰ ਸਟੇਟ ਦੀ ਜੇਲ੍ਹ ਵਿੱਚ ਬੈਠਾ ਹੈ, ਪਰ ਮੋਸਟ ਇੰਪੋਰਟੈਂਟਲੀ ਅੱਜ ਦਾ ਜੋ ਇਹ ਵਿਸ਼ਾ ਅਸੀਂ ਲੈ ਕੇ ਆਏ ਹਾਂ ਕਿ ਜਿਹੜੇ ਪੰਜਾਬ ਦੇ ਵਿੱਚ ਬੈਠੇ ਹਨ ਪਹਿਲਾਂ ਉਹਨਾਂ ਨੂੰ ਰਿਹਾ ਕੀਤਾ ਜਾਵੇ। ਉਹਨਾਂ ਵੀਰਾਂ ਦੀ ਗੱਲ ਵੀ ਅਸੀਂ ਕਰਦੇ ਹਾਂ ਜਿਹੜੇ ਵਿਚਾਰੇ ਸ਼ਾਇਦ ਆਪਣੀ ਮਾਂ ਬੋਲੀ ਪੰਜਾਬੀ ਵੀ ਭੁੱਲ ਚੁੱਕੇ ਹੋਣ, 30 ਸਾਲ ਉਹਨਾਂ ਜੇਲ੍ਹਾਂ ਦੇ ਵਿੱਚ ਰਹਿ ਕੇ ਜਿੱਥੇ ਉਹਨਾਂ ਨੂੰ ਕੋਈ ਹੋਰ ਪੰਜਾਬੀ ਦਿਸਦਾ ਹੀ ਨਹੀਂ। ਮਾਫ ਕਰਨਾ, ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਹਾਂ ਕਿ ਸਿੱਖ ਕਦੇ ਭੀਖ ਨਹੀਂ ਮੰਗਦਾ ਤੇ ਅਸੀਂ ਇੰਡੀਅਨ ਗਵਰਨਮੈਂਟ ਤੋਂ ਭੀਖ ਮੰਗਣ ਲਈ ਆਏ ਵੀ ਨਹੀਂ। ਸਾਡਾ ਮਕਸਦ ਜਾਂ ਭਾਈ ਸਾਹਿਬ ਭਾਈ ਗੁਰਬਖਸ਼ ਸਿੰਘ ਜੀ ਦਾ ਮਕਸਦ ਇਸ ਇੰਡੀਅਨ ਡੈਮੋਕ੍ਰੇਸੀ, ਸੋ ਕਾਲਡ ਡੈਮੋਕ੍ਰੇਸੀ ਨੂੰ ਦੁਨੀਆ ਦੇ ਸਾਹਮਣੇ ਨੰਗਾ ਕਰਨਾ ਹੈ ਕਿ ਇਹ ਜੋ ਆਪਣੇ ਆਪ ਨੂੰ ਇੱਕ ਬਹੁਤ ਵੱਡੀ ਡੈਮੋਕ੍ਰੇਸੀ ਦੱਸਦੇ ਹਨ ਆਪਣੇ ਸਿਟੀਜ਼ਨ ਦੇ ਨਾਲ ਕਿੱਦਾਂ ਦਾ ਵਿਵਹਾਰ ਕਰਦੇ ਹਨ। ਪਿਛਲੇ 3 ਦਹਾਕਿਆਂ ਤੋਂ ਇਹ ਕਿਹਾ ਜਾਂਦਾ ਹੈ ਕਿ ਸਿੱਖਾਂ ਨੇ ਪੰਜਾਬ ਦੇ ਵਿੱਚ ਮਾਹੌਲ ਖਰਾਬ ਕੀਤਾ, ਕਿ ਜੁਝਾਰੂਆਂ ਨੇ ਪੰਜਾਬ ਦੇ ਵਿੱਚ ਮਾਹੌਲ ਖਰਾਬ ਕੀਤਾ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ
ਹਮੇਸ਼ਾ ਇੱਕ ਗੱਲ ਕਿਹਾ ਕਰਦੇ ਸਨ ਕਿ ਜਿਹੜਾ ਸਿੱਖ ਦਾ ਪਹਿਲਾ ਫਰਜ਼ ਹੈ ਉਹ ਸ਼ਾਂਤਮਈ ਸੰਘਰਸ਼ ਹੈ, ਜੋ ਉਹਨਾਂ ਨੇ ਵੀ ਕੀਤਾ। 1978 ਤੋਂ ਲੈ ਕੇ 1984 ਤੱਕ ਸ਼ਾਂਤਮਈ ਸੰਘਰਸ਼ ਚੱਲਿਆ ਉੱਥੇ। ਪਰ ਜਦੋਂ ਹਿੰਦੁਸਤਾਨ ਦੀ ਬੋਲੀ ਤੇ ਅੰਨੀ ਸਰਕਾਰ ਨੂੰ ਨਾ ਕੁਝ ਦਿਸਿਆ ਤੇ ਨਾ ਕੁਝ ਉਹਨਾਂ ਨੇ ਸੁਣਿਆ, ਫਿਰ ਜਿਹੜਾ ਕੁਝ ਉੱਥੇ ਹੋਇਆ ਉਸ ਦੀ ਜ਼ਿੰਮੇਵਾਰ ਉਹ ਹਿੰਦੁਸਤਾਨੀ ਸਰਕਾਰ ਸੀ, ਨਾ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਾਂ ਕਿ ਸਿੱਖ ਕੌਮ। ਅੱਜ ਵੀ ਅਸੀਂ ਚੇਤਾਵਨੀ ਦੇਣਾ ਚਾਹੁੰਦੇ ਹਾਂ ਕਿ ਅੱਜ ਤੱਕ ਜੋ ਸੰਘਰਸ਼ ਸ਼ਾਂਤਮਈ ਚੱਲ ਰਿਹਾ ਹੈ, ਸਾਨੂੰ ਸ਼ਹੀਦੀਆਂ ਪਾਉਣ ਤੋਂ ਕੋਈ ਡਰ ਨਹੀਂ, ਇਹ ਸਾਨੂੰ ਸਾਡੇ ਵਿਰਸੇ ਦੇ ਵਿੱਚ ਮਿਲੀਆਂ ਹਨ। ਭਾਈ ਸਾਹਿਬ ਭਾਈ ਗੁਰਬਖਸ਼ ਸਿੰਘ ਵੀ ਸ਼ਹੀਦੀ ਪਾ ਜਾਣਗੇ ਤੇ ਕੋਈ ਵੱਡੀ ਗੱਲ ਨਹੀਂ ਹੋਵੇਗੀ, ਉਹਨਾਂ ਤੋਂ ਪਹਿਲਾਂ ਬਹੁਤ ਪਾ ਚੁੱਕੇ ਹਨ। ਪਰ ਅੱਗੇ ਜੋ ਮਾਹੌਲ ਹੋਵੇਗਾ ਉਸ ਦੀ ਜੋ ਜ਼ਿੰਮੇਵਾਰ ਹੋਵੇਗੀ ਉਹ ਹਿੰਦੁਸਤਾਨੀ ਸਰਕਾਰ ਹੋਵੇਗੀ। ਇੰਨਾ ਕੁਝ ਕਹਿੰਦਾ ਹੋਇਆ ਦਾਸ ਆਪ ਸਭ ਤੋਂ ਖਿਮਾ ਦਾ ਜਾਚਕ ਹੈ ਜੀ। ਅਗਰ ਮੇਰੇ ਕੋਲ ਬੋਲਦਿਆਂ ਕੋਈ ਗੱਲ ਵੱਧ ਘੱਟ ਕਹਿ ਦਿੱਤੀ ਹੋਵੇ ਤਾਂ ਮੈਂ ਖਿਮਾ ਦਾ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਇੱਕ ਗੱਲ ਥੋੜ੍ਹੀ ਜਿਹੀ ਹੋਰ ਡਿਟੇਲ 'ਚ ਕਰਨਾ ਚਾਹਾਂਗਾ। ਜਿਸ ਤਰ੍ਹਾਂ ਕਿ ਭਾਈ ਸਾਹਿਬ ਨੇ ਕਿਹਾ, ਜੇ ਆਪਾਂ ਅਖਬਾਰਾਂ ਦੇ ਵਿੱਚ ਜਾਂ ਕੁਛ ਇੰਟਰਵਿਊ ਵੇਖਦੇ ਹਾਂ ਨਾ, ਤਾਂ ਕਈ ਵਾਰ ਇੰਟਰਵਿਊ ਕਰਨ ਵਾਲੇ ਜਾਂ ਪੁੱਛਣ ਦੱਸਣ ਵਾਲੇ ਐਂ ਗੱਲਾਂ ਕਰਦੇ ਨੇ ਵੀ ਸਾਨੂੰ ਸ਼ਾਇਦ ਭਾਈ ਸਾਹਿਬ ਜੀ ਦੀ ਸਿਹਤ ਦਾ ਬਹੁਤ ਜ਼ਿਆਦਾ ਫਿਕਰ ਆ। ਫਿਕਰ ਆਪਾਂ ਨੂੰ ਹੋਣਾ ਚਾਹੀਦਾ, ਪਰ ਇੰਨਾ ਫਿਕਰ ਵੀ ਕਰਨ ਦੀ ਲੋੜ ਨਹੀਂ ਜਿੰਨਾ ਕਈ ਵਾਰੀ ਆਪਾਂ ਗੱਲਾਂ ਬਾਤਾਂ ਦੇ ਵਿੱਚ ਦੱਸ ਜਾਂਦੇ ਹਾਂ। ਜਿਸ ਤਰ੍ਹਾਂ ਕਿ ਭਾਈ ਸਾਹਿਬ ਨੇ ਦੱਸਿਆ ਹੈ, ਸ਼ਹੀਦੀਆਂ ਪਹਿਲੋਂ ਵੀ ਹੁੰਦੀਆਂ ਸਨ ਤੇ ਸ਼ਹੀਦੀਆਂ ਹੁਣ ਵੀ ਹੋ ਰਹੀਆਂ ਨੇ ਤੇ ਸ਼ਹੀਦੀਆਂ ਅਜੇ ਗਾਂਹ ਵੀ ਹੋਣੀਆਂ ਨੇ। ਆਪਾਂ ਨੂੰ ਉਹਦੇ ਵਾਸਤੇ ਤਿਆਰ ਰਹਿਣਾ ਚਾਹੀਦਾ। ਜੇ ਅਸੀਂ ਇਹ ਸਮਝੀਏ ਵੀ ਸਾਨੂੰ ਆਜ਼ਾਦੀ ਜਾਂ ਸਾਡੇ ਹੱਕ ਸਾਨੂੰ ਕਿਸੇ ਨੇ ਚੁੰਡੀ ਵੱਢਣ ਤੋਂ ਬਗੈਰ ਹੀ ਫੜਾ ਜਾਣੇ ਨੇ, ਇੱਦਾਂ ਨਹੀਂ ਜੇ ਹੋਣਾ। ਦੁਨੀਆ ਦੇ ਵਿੱਚ ਜਿੰਨੀਆਂ ਜੰਗਾਂ ਹੋਈਆਂ, ਆਜ਼ਾਦੀ ਦੀਆਂ ਜੰਗਾਂ ਹੋਈਆਂ ਜਾਂ ਹੱਕਾਂ ਲੈਣ ਦੀਆਂ ਜੰਗਾਂ ਹੋਈਆਂ, ਉਹਨਾਂ ਵਿੱਚ ਬੜੇ ਬੰਦੇ ਮਰੇ ਤੇ ਮਾਰੇ ਗਏ। ਤੇ ਸਾਡੀ ਕੌਮ ਨਾਲ ਹੁਣ ਤੱਕ ਇਦਾਂ ਹੀ ਹੋਇਆ ਤੇ ਗਾਂਹ ਵੀ ਅਜੇ ਇਦਾਂ ਹੀ ਹੋਣਾ। ਸੋ ਮਾਨਸਿਕ ਤੌਰ ਤੇ ਆਪਾਂ ਨੂੰ ਇਸ ਗੱਲ ਦੇ ਵਿੱਚ ਰੈਡੀ ਹੋ ਜਾਣਾ ਚਾਹੀਦਾ ਵੀ ਆਪਣਾ ਅਜੇ ਲੱਖ 2 ਲੱਖ 3 ਲੱਖ ਪਤਾ ਨਹੀਂ ਕਿੰਨੇ ਕੁ ਸਿੰਘ ਸਿੰਘਣੀਆਂ ਬੱਚੇ ਪਰਿਵਾਰ ਇਹਦੀ ਭੇਟ ਤੇ ਚੜ੍ਹਨੇ ਨੇ। ਇਹ ਕਿਹਦੀ ਵਾਰੀ ਆ ਜੇ ਇਹ ਕਰਨਾ ਬਹੁਤ ਔਖਾ। ਇੱਦਾਂ ਕਹੀਂ ਪ੍ਰੈਕਟੀਕਲੀ ਕਹਿ ਸਕਦੇ ਹਾਂ ਵੀ ਜਦੋਂ ਜੀ ਕੈਨੇਡਾ ਵਿੱਚ ਰਹਿੰਦੇ ਅਸੀਂ ਸੇਫ ਹਾਂ, ਇੱਦਾਂ ਕਹਿ ਲਓ ਮਨ ਨੂੰ, ਪਰ ਹੱਕ ਜਿਹੜੇ ਨੇ ਨਾ ਉਹ ਜੱਦੋ ਜਹਿਦ ਕੀਤਿਆਂ ਬਗੈਰ ਮਿਲਣੇ ਨਹੀਂ। ਤੇ ਜੱਦੋ ਜਹਿਦ ਤੁਸੀਂ ਜਦੋਂ ਕਰਦੇ ਹੋ ਉਦੋਂ ਫਿਰ ਜੇ ਜਾਨ ਬਚਾਉਣ ਦੀ ਗੱਲ ਆਪਣੇ ਮਨਾਂ ਵਿੱਚ ਛੇਤੀ ਆ ਗਈ ਤੇ ਫਿਰ ਬਰਾਬਰਤਾ ਨਹੀਂ ਮਿਲਣੀ, ਹੱਕ ਨਹੀਂ ਮਿਲਣੇ, ਆਜ਼ਾਦੀ ਨਹੀਂ ਮਿਲਣੀ, ਫਿਰ ਕੁਝ ਨਹੀਂ ਹੋਣਾ। ਸੋ ਇਸ ਵਾਸਤੇ ਜਿਹੜੇ ਇੱਦਾਂ ਦੇ ਜਜ਼ਬਾਤੀ ਖਿਆਲ ਜ਼ਿਆਦਾ ਹੋ ਜਾਂਦੇ ਨੇ, ਔਰ ਭਾਈ ਸਾਹਿਬ ਜੀ ਆਪ ਨੇ ਕਿਹਾ ਵੀ ਮੇਰੀ ਸਿਹਤ ਦਾ ਬਹੁਤਾ ਫਿਕਰ ਕਰਨ ਦੀ ਲੋੜ ਨਹੀਂ। ਉਹਨਾਂ ਦੇ ਪਿਤਾ ਜੀ ਨੇ ਇੱਕ ਇੰਟਰਵਿਊ ਦਿੱਤੀ ਹੈ ਥੋੜ੍ਹੀ ਜਿਹੀ 1-2 ਮਿੰਟ ਦੀ, ਉਹਨਾਂ ਨੇ ਵੀ ਇਹੋ ਹੀ ਕਿਹਾ ਵੀ ਜੇ ਅਸੀਂ ਸਮਝਦੇ ਹਾਂ ਕਿ ਅਰਦਾਸ ਦੀ ਬੜੀ ਮਹਾਨਤਾ, ਤੇ ਉਹ ਸਿਰਫ ਮਹਾਨਤਾ ਕਹਿਣ ਦੇ ਵਿੱਚ ਹੀ ਨਾ ਹੋਵੇ ਪਰ ਲਾਗੂ ਕਰਨ ਵਿੱਚ ਵੀ ਹੋਵੇ, ਤੁਹਾਡੀ ਜ਼ਿੰਦਗੀ ਵਿੱਚ ਵੀ ਤੇ ਮੇਰੀ ਜ਼ਿੰਦਗੀ 'ਚ ਵੀ ਤੇ ਉਹਨਾਂ ਦੀ ਜ਼ਿੰਦਗੀ ਵਿੱਚ ਵੀ ਜਿਨ੍ਹਾਂ ਨੇ ਅਰਦਾਸ ਕੀਤੀ ਆ। ਤੇ ਫਿਰ ਉਹਨੂੰ ਕਹੋ ਵੀ ਸਿੰਘਾ ਅਰਦਾਸ ਤੇ ਪੱਕੇ ਰਹਿ ਕੇ ਆਪਾਂ ਇਹ ਚੀਜ਼ ਅਚੀਵ ਕਰਨੀ ਆ, ਮੁੱਲ ਜਿਹੜਾ ਵੀ ਦੇਣਾ ਪੈ ਜਾਏ। ਆਪਾਂ ਕਿਸੇ ਕਾਰਨ ਕਰਕੇ ਆਪਾਂ ਘੱਟ ਗਿਣਤੀ ਕੌਮ ਦੇ ਵਿੱਚ ਪੈਦਾ ਹੋ ਗਏ, ਜੇ ਆਪਾਂ ਕਿਤੇ ਮੈਜੋਰਟੀ ਕਿਸੇ ਕਮਿਊਨਿਟੀ ਵਿੱਚ ਪੈਦਾ ਹੋਏ ਹੁੰਦੇ ਤੇ ਸਾਨੂੰ ਆਹ ਦਿਨ ਜਿਹੜੇ ਸੀ ਇੱਦਾਂ ਦੇਖਣੇ ਨਹੀਂ ਸੀ ਪੈਣੇ। ਕਿਉਂਕਿ ਅਸੀਂ ਜੇ ਤੁਸੀਂ ਪਿੱਛੇ ਜਾ ਕੇ ਮਾਰ ਲਓ ਝਾਤੀ 1947 ਤੋਂ ਲੈ ਕੇ ਹੁਣ ਤੱਕ ਇਹੋ ਹੀ ਸਟਰਗਲ ਕਰੀ ਜਾ ਰਹੇ ਹਾਂ ਕਿ ਅਸੀਂ ਬਰਾਬਰ ਹਾਂ ਜੀ, ਅਸੀਂ ਵੱਖਰੇ ਹਾਂ ਜੀ, ਸਾਨੂੰ ਸਾਡੇ ਹੱਕ ਦਿਓ ਜੀ, ਸਾਨੂੰ ਮਾਨਤਾ ਦੇ ਦਿਓ ਜੀ, ਸਾਡੀ ਪੱਗ ਮੰਨ ਲਓ ਜੀ, ਸਾਡਾ ਕੜਾ ਮੰਨ ਲਓ ਜੀ। ਇਹਨਾਂ ਗੱਲਾਂ 'ਚ ਹੀ ਪਏ ਆ। ਉਹਦਾ ਸਿਰਫ ਤੇ ਸਿਰਫ ਮੋਟੇ ਤੌਰ ਤੇ ਇੱਕੋ ਕਾਰਨ ਹੈ ਵੀ ਸਾਡੇ ਨਾਲ ਕੋਈ ਵੀ ਸਰਕਾਰ ਨਹੀਂ ਹੈਗੀ ਦੁਨੀਆ ਦੇ ਵਿੱਚ। ਤੇ ਜਿੰਨਾ ਚਿਰ ਤੱਕ ਤੁਹਾਡੇ ਨਾਲ ਸਰਕਾਰ ਦਾ ਥਾਪੜਾ ਨਾ ਹੋਵੇ, ਇੱਦਾਂ ਦੇ ਹੱਕ ਮੰਨ ਸਾਰੇ ਲੈਂਦੇ ਨੇ ਪਰ ਦਿੰਦਾ ਕੋਈ ਨਹੀਂ। ਸੋ ਇਹਦੇ ਵਾਸਤੇ ਆਪਾਂ ਨੂੰ ਮਾਨਸਿਕ ਤੌਰ ਤੇ ਆਪ ਨੂੰ, ਆਪਣੇ ਬੱਚਿਆਂ ਨੂੰ, ਵਡੇਰਿਆਂ ਨੂੰ ਬਹੁਤ ਤਿਆਰ ਕਰਨ ਦੀ ਲੋੜ ਆ ਮਾਨਸਿਕ ਤੌਰ ਦੇ ਉੱਤੇ, ਤਾਂ ਜੋ ਆਪਣੀ ਜਿਹੜੀ ਕੌਮ ਹੈ ਨਾ ਉਹ ਸਟਰੋਂਗ ਹੋਵੇ। ਕਈ ਵਾਰੀ ਛੋਟੀ ਜੀ ਗੱਲ ਪਿੱਛੇ ਕਿਸੇ ਦੇ ਹਿਸਾਬ ਨਾਲ ਬੜੀ ਛੋਟੀ ਜੀ ਗੱਲ ਮੈਂ ਐਗਜ਼ਾਮਪਲ ਦੇਣਾ ਚਾਹਾਂਗਾ, ਕਿਉਂਕਿ ਆਪਾਂ ਦਰਸ਼ਨ ਸਿੰਘ ਜੀ ਫੇਰੂਮਾਨ ਦੀ ਗੱਲ ਕਰਦੇ ਹਾਂ, ਹੁਣ ਭਾਈ ਗੁਰਬਖਸ਼ ਸਿੰਘ ਜੀ ਦੀ ਗੱਲ ਕਰਦੇ ਹਾਂ। ਇੱਦਾਂ ਦੇ ਕਿਸੇ ਦੁਨੀਆ ਦੇ ਵਿੱਚ ਹੋਰ ਵੀ ਬੜੇ ਹੋਏ ਨੇ। ਆਇਰਲੈਂਡ ਇੱਕ ਇਹੋ ਜਿਹਾ ਦੇਸ਼ ਹੈ, ਉੱਥੇ ਇੱਕ ਵਿਅਕਤੀ ਵੀ ਇਸੇ ਤਰ੍ਹਾਂ ਹੀ ਭੁੱਖਾ ਰਹਿ ਕੇ ਜੇਲ੍ਹ ਦੇ ਵਿੱਚ ਤੇ 7-8 ਉਹਦੇ ਹੋਰ ਸਾਥੀ ਭੁੱਖੇ ਰਹਿ ਕੇ, ਜਿਹਦਾ ਨਾਂ ਹੈ ਬੌਬੀ ਸੈਂਡਸ, ਤੁਸੀਂ ਜਾ ਕੇ ਗੂਗਲ ਤੇ ਸਰਚ ਕਰ ਲਿਓ। ਉਹ ਭੁੱਖੇ ਰਹਿ ਕੇ ਹੀ ਆਪਣੀ ਜਾਨ ਦੇ ਗਿਆ। 8 ਬੰਦੇ ਉਹਦੇ ਨਾਲ ਹੋਰ ਕੇ 7 ਬੰਦੇ ਹੋਰ।
ਉਹਦੇ ਵਿੱਚ ਸਿਰਫ ਇੱਕੋ ਹੀ ਗੱਲ ਉਹਨੇ ਸਰਕਾਰ ਕੋਲੋਂ ਮੰਗੀ, ਜਿਹੜੀ ਸਾਨੂੰ ਵੀ ਸ਼ਾਇਦ ਮੰਗਣੀ ਚਾਹੀਦੀ ਆ, ਪਰ ਇਦਾਂ ਸਟੇਜਾਂ ਤੇ ਖਲੋ ਕੇ ਗੱਲਾਂ ਕਰਨੀਆਂ ਸੌਖੀਆਂ ਹਨ ਆਪਾਂ ਨੂੰ, ਕਿ ਜਦੋਂ ਉਹ ਬੰਦੇ ਫੜੇ ਗਏ ਸੀ ਆਇਰਲੈਂਡ ਦੇ ਵਿੱਚ, ਇੰਗਲੈਂਡ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਪੋਲੀਟੀਕਲ ਕੈਦੀ ਹੋ, ਤੇ ਬਾਅਦ ਦੇ ਵਿੱਚ ਉਹਨਾਂ ਦਾ ਸਟੇਟਸ ਚੇਂਜ ਕਰਤਾ ਕਿ ਨਹੀਂ ਜੀ ਤੁਸੀਂ ਪੋਲੀਟੀਕਲ ਕੈਦੀ ਨਹੀਂ, ਤੁਸੀਂ ਕ੍ਰਿਮੀਨਲ ਹੋ, ਜਿੱਦਾਂ ਕਿ ਸਾਡੇ ਬੰਦਿਆਂ ਨੂੰ ਡੀਲ ਕੀਤਾ ਜਾ ਰਿਹਾ। ਉਹਨਾਂ ਨੇ ਭੁੱਖ ਹੜਤਾਲ ਜੇਲ੍ਹ ਦੇ ਵਿੱਚ ਇਸੇ ਕਰਕੇ ਹੀ ਸ਼ੁਰੂ ਕਰ ਦਿੱਤੀ ਕਿ ਅਸੀਂ ਕ੍ਰਿਮੀਨਲ ਕੈਦੀ ਨਹੀਂ, ਅਸੀਂ ਪੋਲੀਟੀਕਲ ਕੈਦੀ ਹਾਂ, ਜਿੱਦਾਂ ਕਿ ਸਾਡੇ ਬੰਦੇ ਨੇ। ਸਰਕਾਰ ਇਸ ਗੱਲ ਨੂੰ ਮੰਨੀ ਨਾ, ਉਹਨਾਂ ਨੇ ਭੁੱਖ ਹੜਤਾਲ ਕਰਤੀ ਤੇ ਬੰਦੇ 7 ਕੇ 8, ਬੌਬੀ ਸੈਂਡ ਦੀ ਉਮਰ ਉਸ ਟਾਈਮ ਤੇ ਸਿਰਫ 27 ਸਾਲ ਦੀ ਸੀ, ਉਹ ਬੰਦੇ ਜੇਲ੍ਹ ਦੇ ਵਿੱਚ ਹੀ 8-9 ਬੰਦੇ ਸੀ, ਭੁੱਖੇ ਮਰ ਗਏ। ਜਦੋਂ ਮਰ ਵੀ ਗਏ, ਉਹਦੇ ਤੋਂ ਬਾਅਦ ਵੀ ਇੰਗਲੈਂਡ ਦੀ ਪ੍ਰਾਈਮ ਮਿਨਿਸਟਰ ਉਸ ਟਾਈਮ ਸੀ ਮਾਰਗਰਟ ਥੈਚਰ, ਉਹਨੇ ਮਰਨ ਦੇ ਉਹਦੇ ਬਾਹਰ ਵੀ ਇਹੋ ਦਿੱਤੀ ਕਿ ਬਹੁਤਾ ਫਿਕਰ ਕਰਨ ਦੀ ਲੋੜ ਨਹੀਂ, ਕ੍ਰਿਮੀਨਲ ਬੰਦੇ ਸੀ, ਮਰ ਗਏ, ਜਾ ਕੇ ਤੁਸੀਂ ਆਪ ਪੜ੍ਹ ਸਕਦੇ ਹੋ। ਸੋ ਉਹ ਵੀ ਘੱਟ ਗਿਣਤੀ ਦੇ ਲੋਕ ਸੀ ਜਾਂ ਉਹਨਾਂ ਕੋਲ ਆਜ਼ਾਦੀ ਨਹੀਂ ਸੀ, ਇੰਗਲੈਂਡ ਦਾ ਉਹਨਾਂ ਦੇ ਉੱਤੇ ਦਬਾਅ ਸੀ, ਤੇ ਉਹਨਾਂ ਨੇ ਆਜ਼ਾਦੀ ਦੀ ਤਾਂਘ ਕੀਤੀ, ਤੇ ਸਿਰਫ ਇੱਕ ਟਰਮੀਨੋਲੋਜੀ ਕਰਕੇ ਉਹਨਾਂ ਨੂੰ ਆਪਣੀ ਜਾਨਾਂ ਤੋਂ ਹੱਥ ਦੇਣਾ, ਧੋਣਾ ਪਿਆ, ਤੇ ਧੋਣਾ ਵੀ ਇਦਾਂ ਪਿਆ ਵੀ ਭੁੱਖੇ ਰਹਿ ਗਏ 27 ਸਾਲ ਦੀ ਉਮਰ ਦੇ ਵਿੱਚ। ਸੋ ਆਪਾਂ ਨੂੰ ਇਦਾਂ ਦੀਆਂ ਜੱਦੋ ਜਹਿਦ ਦੇ ਲਈ ਰਾਜੀ ਰਹਿਣਾ ਚਾਹੀਦਾ ਹੈ, ਤਿਆਰ ਰਹਿਣਾ ਚਾਹੀਦਾ ਹੈ। ਸੋ ਅਸੀਂ ਕਿਉਂਕਿ ਅੱਜ ਭਾਈ ਸਾਹਿਬ ਜੀ ਅੰਮ੍ਰਿਤਸਰ ਨੂੰ ਜਾ ਰਹੇ ਹਨ, ਸੋ ਉਸ ਦੀ ਤਿਆਰੀ ਕਰਨ ਕਰਕੇ 1-2 ਮਿੰਟ ਸ਼ਾਇਦ ਹੋਰ ਅਸੀਂ ਲੇਟ ਹੋ ਜੀ, ਪਰ ਮੈਂ ਸਾਰਿਆਂ ਵੀਰਾਂ ਭੈਣਾਂ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਜਾਣਾ ਨਹੀਂ। ਅਸੀਂ ਜੋ ਇੱਥੇ ਕਰ ਰਹੇ ਹਾਂ ਪਿਛਲੇ 22 ਤਰੀਕ ਤੋਂ ਸ਼ੁਰੂ ਕੀਤਾ ਹੈ, ਇਸ ਦੀ ਭਾਈ ਸਾਹਿਬ ਜੀ ਨੂੰ ਬਹੁਤ ਸਪੋਰਟ ਹੈ, ਮੋਰਲ ਸਪੋਰਟ। ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਆਪ ਜੀ ਦਾ ਚੱਲਿਆ ਹੋਇਆ ਇੱਕ ਕਦਮ ਜਿਹੜਾ ਹੈ ਉਹ ਸਿਰ ਮੱਥੇ ਤੇ, ਕਿਉਂਕਿ ਕੌਮ ਦੇ ਦਰਦ ਨੂੰ ਲੈ ਕੇ ਆਪਾਂ ਇੱਥੇ ਇਕੱਤਰ ਹੋਏ ਹਾਂ। ਸੋ ਆਪ ਜੀ ਦਾ ਆਇਆ ਬਹੁਤ ਬਹੁਤ ਧੰਨਵਾਦ। ਸਾਰੇ ਬੁਲਾਰਿਆਂ ਨੇ ਹਰ ਪੱਖ ਤੋਂ ਗੱਲ ਜਿਹੜੀ ਹੈ ਕੀਤੀ ਹੈ। ਇੱਕ ਪੱਖ ਜਿਹੜਾ ਰਹਿ ਗਿਆ ਉਹ ਮੇਰੇ ਮਨ ਵਿੱਚ ਖੜੇ ਖੜੇ ਦੇ ਆਇਆ ਕਿ ਸਾਨੂੰ ਉਹ ਜ਼ਰੂਰ ਕਰ ਲੈਣਾ ਚਾਹੀਦਾ ਹੈ। ਜਿਸ ਵੇਲੇ ਅੱਜ ਦਾ ਇਕੱਠ ਜਿਹੜਾ ਇਹ ਕੀਤਾ ਪੰਜਾਬ ਗੌਰਮੈਂਟ ਦੇ ਖਿਲਾਫ ਇਹ ਕਰਨ ਦੀ ਗੱਲ ਚੱਲੀ ਸੀ, ਤਾਂ ਗੱਲ ਚੱਲੀ ਪਈ ਜਿਹੜੇ ਅਕਾਲੀ ਆ ਉਹਨਾਂ ਦੀ ਸਰਕਾਰ ਆ ਉੱਥੇ ਪੰਜਾਬ ਦੇ ਵਿੱਚ, ਤੇ ਜਦੋਂ ਗਰਮੀਆਂ ਨੂੰ ਇੱਥੇ ਆ ਕੇ ਉਹ ਆਪਣੀਆਂ ਛੁੱਟੀਆਂ ਕੱਟਣ ਆਉਂਦੇ ਨੇ, ਤੇ ਜਿਹੜੇ ਇੱਥੇ ਉਹਨਾਂ ਦੇ ਟੁੱਕੜ ਬੋਚ ਨੇ ਉਹ ਉਹਨਾਂ ਨੂੰ ਕਿਸ ਤਰੀਕੇ ਨਾਲ 에ਅਰਪੋਰਟ ਤੋਂ ਗਲਾਂ 'ਚ ਹਾਰ ਪਾ ਕੇ ਲਿਆਉਂਦੇ ਨੇ, ਕਿਸ ਤਰੀਕੇ ਨਾਲ ਘਰਾਂ ਦੇ ਵਿੱਚ ਉਹਨਾਂ ਨੂੰ ਰੱਖਦੇ ਨੇ ਵੀ ਉਹਨਾਂ ਦੇ ਘਰ ਦੇ ਮੂਹਰੇ ਜਾ ਕੇ ਆਪਾਂ ਆਹ ਮੁਜ਼ਾਹਰਾ ਕੀਤਾ ਜਾਵੇ। ਗੱਲ ਸਾਡੀ ਇੱਥੋਂ ਸ਼ੁਰੂ ਹੋਈ ਸੀ, ਪਰ ਜਿਉਂ-ਜਿਉਂ ਗਰੁੱਪ ਵੱਡਾ ਹੁੰਦਾ ਗਿਆ, ਗੱਲ ਫੈਲਦੀ ਗਈ, ਤੇ ਰਿਜ਼ਲਟ ਇਹ ਆਇਆ ਵੀ ਅਸੀਂ ਇੱਥੇ ਇਕੱਠੇ ਹੋਣਾ, ਉਹਨਾਂ ਟੁੱਕੜ ਬੋਚਾਂ ਦੇ ਕੋਲ ਅਸੀਂ ਨਹੀਂ ਜਾਣਾ। ਸੋ ਮੈਂ ਤੁਹਾਨੂੰ ਇਹ ਕਹਿਣਾ ਵੀ ਆਪਾਂ ਸਾਰੇ ਕੌਮ ਦਾ ਦਰਦ ਰੱਖਣ ਵਾਲੇ ਹਾਂ। ਉਹ ਲੋਕ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਟੁਕੜਿਆਂ ਤੇ ਪਲਦੇ, ਮੈਂ ਕਹਾਂਗਾ ਇੱਥੇ, ਕਿਉਂਕਿ ਇੱਥੇ ਆਇਆਂ ਨੂੰ ਉਹ ਬੜਾ ਪੂਜਦੇ ਨੇ, ਜਾਂ ਰਾਤ ਬਰਾਤ ਨੂੰ ਲਿਆ ਕੇ ਗੁਰਦੁਆਰੇ ਦੇ ਵਿੱਚ ਖੜੇ ਕਰਕੇ 5 ਜਣੇ ਤੇ ਉਹਨਾਂ ਦੇ ਗਲਾਂ 'ਚ ਸਰੋਪਾ ਪਾ ਦਿੰਦੇ ਨੇ। ਉਹਨਾਂ ਨੂੰ ਫਿੱਟ ਲਾਹਨਤਾਂ ਪਾਉਣੀਆਂ ਸਾਡਾ ਫਰਜ਼ ਬਣਦਾ ਹੈ ਜਿੱਥੇ ਕਿਤੇ ਵੀ ਉਹ ਮਿਲਦੇ ਨੇ, ਕਿਉਂਕਿ ਸਾਡੇ ਵਿੱਚ ਭਾਈਚਾਰਕ ਤੌਰ ਤੇ ਉਹ ਵਿਚਰਦੇ ਨੇ। ਸੋ ਉਹਨਾਂ ਨੂੰ ਜ਼ਰੂਰ ਇਹ ਜੋ ਅੱਜ ਪੰਜਾਬ ਦੇ ਹਾਲਾਤ ਨੇ ਉਹਨਾਂ ਬਾਰੇ ਪੁੱਛਿਆ ਜਾਣਾ ਚਾਹੀਦਾ ਹੈ। ਸੋ ਅਸੀਂ ਕੋਸ਼ਿਸ਼ ਕੀਤੀ ਸੀ ਵੈਸੇ ਕਿ ਉਹਨਾਂ ਨੂੰ ਕਿਸੇ ਤਰੀਕੇ ਨਾਲ ਇਸ ਇਕੱਠ ਦੇ ਵਿੱਚ ਲਿਆਂਦਾ ਜਾਵੇ, ਪਰ ਉਹ ਕਦੇ 4 ਬੰਦਿਆਂ 'ਚ ਖੜੇ ਹੋ ਕੇ ਗੱਲ ਨਹੀਂ ਕਰਦੇ, ਉਹ ਕਿਤੇ ਨਾ ਕਿਤੇ ਇਕੱਲੇ ਬੈਠ ਕੇ ਹੀ ਕਰਦੇ ਹਨ। ਇੱਥੇ ਪਿੱਛੇ ਜੇ ਚਾਂਦਨੀ ਬੈਂਕਟ ਹਾਲ ਦੇ ਵਿੱਚ ਹੀ ਉਹਨਾਂ ਨੇ ਇੱਕ ਪਹਿਲਾਂ ਤਾਂ ਇਕੱਠ ਰੱਖਿਆ ਸੀ, ਕਿਉਂਕਿ ਉਦੋਂ ਉਹ ਆਏ ਹੋਏ ਸੀਗੇ, ਮੇਰਾ ਖਿਆਲ ਢੀਂਡਸਾ ਸਾਹਿਬ ਆਏ ਸੀ, ਤੇ ਉਹਨਾਂ ਨੇ ਇਕੱਠ ਰੱਖਿਆ ਸੀ, ਪਰ ਕੁਝ ਇੱਕ ਸਿੰਘ ਖੜੇ ਨੇ ਨਾ, ਸਾਰਿਆਂ ਨੇ ਹੀ ਪਹੁੰਚ ਕੀਤੀ ਵੀ ਅਸੀਂ ਵੀ ਉੱਥੇ ਆਉਣਾ ਹੈ। ਉਹਨਾਂ ਨੂੰ ਵਿਚਾਰ ਕਰਾਂਗੇ, ਪੁੱਛ ਪੜਤਾਲ ਕਰਾਂਗੇ ਕਿ ਕਿਸ ਤਰ੍ਹਾਂ ਦੇ ਉਹ ਪੰਜਾਬ ਦੇ ਜਿਹੜੇ ਹਾਲਾਤ ਹਨ ਉਹਨਾਂ ਨੂੰ ਕੀ ਬਿਆਨ ਕਰਦੇ ਨੇ, ਤੇ ਉਹਨਾਂ ਨੇ ਉਸ ਡਿਨਰ ਨੂੰ ਆਪਣਾ ਪ੍ਰਾਈਵੇਟ ਡਿਨਰ ਕਰਕੇ ਤਾਂ ਫਿਰ ਮਨਾ ਲਿਆ ਸੀ, ਤਾਂ ਕਿਸੇ ਨੂੰ ਜਾਣ ਦਾ ਉੱਥੇ ਮੌਕਾ ਨਹੀਂ ਮਿਲਿਆ। ਪਰ ਜਾ ਕੇ ਰਾਤ ਨੂੰ ਉਹਨਾਂ ਨੇ ਡਿਕਸੀ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ 5 ਜਣਿਆਂ ਨੇ ਸਰੋਪੇ ਗਲ 'ਚ ਪਾ ਦਿੱਤੇ ਉਹਦੇ। ਸੋ ਮੈਂ ਚਾਹਾਂਗਾ ਵੀ ਉਹ ਜਿਹੜੇ ਵਿਅਕਤੀ ਨੇ, ਚਾਹੇ ਉਹ ਕਿਸੇ ਗੁਰਦੁਆਰੇ 'ਚ ਇਨਵੋਲਵ ਹੋਣ, ਚਾਹੇ ਉਹ ਆਟੋ ਬਾਡੀ ਸ਼ਾਪਾਂ ਚਲਾਉਂਦੇ ਹੋਣ, ਉਹਨਾਂ ਨੂੰ ਨੱਥ ਜ਼ਰੂਰ ਪੈਣੀ ਚਾਹੀਦੀ ਹੈ। ਮੈਂ ਇੰਨੀ ਕੀ ਤੁਹਾਨੂੰ ਬੇਨਤੀ ਕਰਨੀ ਸੀ। ਸੋ ਆਪ ਜੀ ਦਾ ਚੱਲਿਆ ਹੋਇਆ ਇੱਕ ਕਦਮ ਜਿਹੜਾ ਹੈ ਗੁਰੂ ਸਾਹਿਬ ਲੇਖੇ ਵਿੱਚ ਲਾਉਣ। ਇਸੇ ਤਰ੍ਹਾਂ ਹੀ ਜਦੋਂ ਕੌਮ ਦੀ ਕੋਈ ਵੀ ਗੱਲ ਆਉਂਦੀ ਹੈ, ਸਾਨੂੰ ਆਪਣੇ ਨਿੱਜੀ
ਬਖਰੇਵਿਆਂ ਤੋਂ ਉੱਪਰ ਉੱਠ ਕੇ ਇਕੱਠੇ ਹੋ ਕੇ ਕੌਮ ਦੀ ਖਾਤਰ ਖੜ ਜਾਣਾ ਚਾਹੀਦਾ ਹੈ। ਸੋ ਇੰਨੇ ਕੁ ਸ਼ਬਦ ਕਹਿੰਦਾ ਹੋਇਆ ਆਪ ਜੀ ਤੋਂ ਖਿਮਾ ਚਾਹਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਸੁਖਮਿੰਦਰ ਸਿੰਘ ਜੀ ਦੀ ਹੰਸਰਾ ਤੋਂ ਪਹਿਲਾਂ ਹਰਕੀਰਤ ਸਿੰਘ ਜੀ ਸਾਡੇ ਕੋਲ ਇੱਥੇ ਪਹੁੰਚੇ ਹੋਏ ਹਨ। ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ 2 ਮਿੰਟ ਲਈ ਆ ਕੇ ਇਸ ਇਕੱਠ ਨੂੰ ਸੰਬੋਧਨ ਕਰਨ। ਉਪਰੰਤ ਸਰਦਾਰ ਸੁਖਮਿੰਦਰ ਸਿੰਘ ਜੀ ਹੰਸਰਾ ਜਿੱਥੇ ਆਪ ਜੀ ਦਾ ਧੰਨਵਾਦ ਕਰਨਗੇ, ਉਸ ਦੇ ਨਾਲ ਹੀ ਨਾਲ ਸਕੂਲ ਟਰਸਟੀ ਸਰਦਾਰ ਹਰਕੀਰਤ ਸਿੰਘ ਆਪ ਜੀ ਨੂੰ ਸੰਬੋਧਨ ਕਰਨਗੇ। ਉਪਰੰਤ ਸਰਦਾਰ ਸੁਖਮਿੰਦਰ ਸਿੰਘ ਜੀ ਹੰਸਰਾ। Waheguru Ji Ka Khalsa, Waheguru Ji Ki Fateh. Firstly, I'd like to thank all the organizers, particularly on this stage. Your efforts don't go unrecognized. Thank you very much, and thank you to everybody for attending. This event highlights a double standard. We've been seeing this double standard for a long time, whether it's from the Constitution of India, whether it's in the media, or whether it's in the judiciary. I've been seeing this double standard since I was a young child, especially of the events of the genocide of 1984. This had a huge impact on my life. It was critical to shaping me, not just shaping me in my pursuit of justice, but shaping me to pursue my master's degree, shaping me to pursue a career in public life. And having been on this journey for quite a while now to pursue justice, I believe the best way to honor the memory, particularly of the victims, alongside pursuing justice, is with the taraqi of the Panth. We need to show the world that on top of 3 genocides, numerous massacres, and countless human rights defenders, including Gurbakh Singh Khalsa, that we are resilient, that we will prosper, and we will unapologetically pursue justice. And I think that is very important moving forward. And on those notes, I'd like to thank the organizers once again. And Bol Chukam Afghani, Waheguru Ji Ka Khalsa, Waheguru Ji Ki Fateh. ਸੋ ਇਹ ਸਨ ਸਰਦਾਰ ਹਰਕੀਰਤ ਸਿੰਘ ਸੀ ਜਿਹੜੇ ਕਿ ਸਕੂਲ ਟਰਸਟੀ ਹਨ। ਅਸੀਂ ਆਸ ਕਰਦੇ ਹਾਂ, ਉਮੀਦ ਕਰਦੇ ਹਾਂ ਕਿ ਜਿਹੜੀ ਕਿ ਨੌਜਵਾਨ ਪੀੜ੍ਹੀ ਇੱਥੇ ਕੈਨੇਡਾ ਦੇ ਵਿੱਚ, ontario ਦੇ ਵਿੱਚ ਅੱਗੇ ਆ ਰਹੀ ਹੈ, ਵੱਖਰੇ ਵੱਖਰੇ ਲੈਵਲਸ ਦੇ ਉੱਤੇ, ਵੱਖਰੇ ਵੱਖਰੇ ਏਰੀਆ ਦੇ ਵਿੱਚ ਉਹ ਕੌਮ ਨੂੰ ਹੋਰ ਵਧੀਆ ਚੰਗੀ ਸੇਧ ਜਿਹੜੀ ਹੈ ਉਹ ਦੇਣਗੇ। ਔਰ ਗੁਰਦੁਆਰਾ ਸਾਰਿਆਂ ਦੇ ਪ੍ਰਬੰਧਕ ਆਪ ਜੀ ਦੇ ਸਾਹਮਣੇ ਸਨਮੁਖ ਹਨ। ਇਹ ਗੱਲ ਕੁਝ ਲਫ਼ਜ਼ਾਂ ਦੇ ਵਿੱਚ ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ ਕਿ ਕਿਸ ਤਰੀਕੇ ਦੇ ਨਾਲ ਸਾਡੀ ਆਪਣੀ ਜੋ ਲੀਡਰਸ਼ਿਪ ਹੈ, ਚਾਹੇ ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਹੋਵੇ, ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਵੇ, ਚਾਹੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਆਪਣਾ ਸਾਰਿਆਂ ਦਾ ਫਰਜ਼ ਬਣਦਾ ਹੈ, ਸਾਡੀ ਜ਼ਿੰਮੇਵਾਰੀ ਹੈ ਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਨੂੰ ਅਕਾਊਂਟੇਬਲ ਬਣਾਈਏ। ਤੇ ਜੇ ਲੋੜ ਪੈਂਦੀ ਹੈ, ਜਿਸ ਤਰ੍ਹਾਂ ਕਿ ਭਾਈ ਗੁਰਬਖਸ਼ ਸਿੰਘ ਜੀ ਸਵਾਲ ਵੀ ਕਰਦੇ ਹਨ, ਉਹਨਾਂ ਨੂੰ ਸਵਾਲ ਵੀ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਉਹਨਾਂ ਨੂੰ ਪਤਾ ਲੱਗ ਸਕੇ, ਤਾਂ ਜੋ ਉਹਨਾਂ ਨੂੰ ਇਸ ਗੱਲ ਦਾ ਚੇਤਾ ਆ ਸਕੇ ਕਿ ਜੋ ਪੋਜੀਸ਼ਨਾਂ ਤੇ ਜਿਨ੍ਹਾਂ ਤੇ ਉਹ ਬੈਠੇ ਹਨ ਉਹਦੀਆਂ ਕੀ ਕੀ ਜ਼ਿੰਮੇਵਾਰੀਆਂ ਹਨ। ਇਸੇ ਤਰ੍ਹਾਂ ਹੀ ਮੈਂ ਇਹ ਵੀ ਬੇਨਤੀ ਕਰਾਂਗਾ ਕਿ ਜਿਹੜੇ ਵੀਰ ਭੈਣ ਤੁਸੀਂ ਇੱਥੇ ਬੈਠੇ ਹੋਏ ਗੁਰਦੁਆਰਾ ਸਾਹਿਬਾਨਾਂ ਦੇ ਮੁੱਖ ਸੇਵਾਦਾਰ, ਸੰਸਥਾਵਾਂ ਦੇ ਅਹੁਦੇਦਾਰ, ਇਹਨਾਂ ਨੂੰ ਵੀ ਪੁੱਛਣਾ, ਇਹਨਾਂ ਨੂੰ ਵੀ ਕ੍ਰਿਟੀਸਾਈਜ਼ ਕਰਨਾ ਆਪਣਾ ਸਾਰਿਆਂ ਦਾ ਫਰਜ਼ ਬਣਦਾ ਹੈ, ਕਿਉਂਕਿ ਆਪਣੀ ਕਮਿਊਨਿਟੀ ਵਿੱਚ ਇਸ ਚੀਜ਼ ਦੀ ਘਾਟ ਹੈ। ਆਪਾਂ ਮਹਿਸੂਸ ਕਰਦੇ ਹਾਂ ਬੰਦਾ ਨਾਰਾਜ਼ ਹੋ ਜੂ, ਆਪਣੇ ਪਿੰਡ ਦਾ ਆ, ਸਾਡੇ ਨਾਲ ਕੰਮ ਕਰਦਾ, ਪਰ ਉਹ ਸਾਰਾ ਕੁਝ ਠੀਕ ਹੈ, ਪਰ ਜਿਨ੍ਹਾਂ ਕੰਮਾਂ ਦੇ ਲਈ ਆਪਾਂ ਇਕੱਠੇ ਹੋ ਕੇ ਸੰਸਥਾਵਾਂ ਗੁਰਦੁਆਰਾ ਸਾਹਿਬ ਬਣਾਉਂਦੇ ਹਾਂ ਤੇ ਜੇ ਉਹੀ ਕੰਮ ਆਪਾਂ ਨਾ ਕੀਤੇ ਤਾਂ ਫਿਰ ਫਾਇਦਾ ਕੀ ਹੋਇਆ। ਸੋ ਇਸੇ ਤਰ੍ਹਾਂ ਜਿਸ ਤਰ੍ਹਾਂ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ ਮਤਾ ਪਾਸ ਕਰਨ ਦੇ ਲਈ ਭਈ ਅਸੀਂ ਪੰਜਾਬ ਦੀ ਸਰਕਾਰ ਨੂੰ ਇਹ ਬੇਨਤੀ ਕਰਨੀ ਹੈ, ਤੇ ਜੇ ਅਸੀਂ ਉਹੀ ਨਾ ਕਰੀਏ ਤਾਂ ਫਾਇਦਾ ਕੀ, ਚਾਹ ਪੀਣ ਤਾਂ ਅਸੀਂ ਘਰ ਵਿੱਚ ਵੀ ਪੀ ਸਕਦੇ ਸੀ। ਸੋ ਆਪਣੇ ਮਨ ਦੇ ਵਿੱਚ ਜੋ ਆਬਜੈਕਟਿਵ ਹੈ ਇਹਨਾਂ ਸੰਸਥਾਵਾਂ ਦਾ, ਗੁਰਦੁਆਰਾ ਸਾਹਿਬਾਨਾਂ ਦਾ, ਕਮੇਟੀਆਂ ਦੇ ਅਹੁਦੇਦਾਰਾਂ ਦਾ, ਇਹ ਮਨ ਦੇ ਵਿੱਚ ਦ੍ਰਿੜ ਕਰਕੇ ਉਹਨਾਂ ਨੂੰ ਸਵਾਲ ਪੁੱਛੋ, ਕ੍ਰਿਟੀਸਾਈਜ਼ ਕਰੋ। ਇਹ 'ਚ ਨਾਰਾਜ਼ਗੀ ਵਾਲੀ ਕੋਈ ਗੱਲ ਨਹੀਂ। ਆਪਾਂ ਕੌਮ ਦੇ
ਭਵਿੱਖ ਦੇ ਲਈ, ਬਰਾਬਰਤਾ ਦੇ ਲਈ, ਇਨਸਾਫ ਦੇ ਲਈ ਜਿਹੜੀ ਹੈ ਜਦੋਜਹਿਦ ਕਰ ਰਹੇ ਹਾਂ ਤੇ ਉਸ ਦੇ ਵਿੱਚ ਤੁਹਾਡਾ ਸਾਰਿਆਂ ਦਾ ਇਕੱਲੇ ਦਾ ਬਹੁਤ ਯੋਗਦਾਨ ਹੈ। ਹੁਣ ਮੈਂ ਬੇਨਤੀ ਕਰਾਂਗਾ ਸਰਦਾਰ ਸੁਖਮਿੰਦਰ ਸਿੰਘ ਜੀ ਹੰਸਾ ਨੂੰ, ਉਹ ਆ ਕੇ ਆਪ ਜੀ ਦੇ ਨਾਲ ਗੱਲਾਂ ਬਾਤਾਂ ਅਤੇ ਜਿਹੜਾ ਆਪਣਾ ਭਾਈ ਗੁਰਬਖਸ਼ ਸਿੰਘ ਜੀ ਦੇ ਨਾਲ ਗੱਲਬਾਤ ਕਰਨੀ ਹੈ ਉਸ ਦੀ ਕਾਰਵਾਈ ਜਿਹੜੀ ਹੈ ਉਹ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਗੁਰਬਖਸ਼ ਸਿੰਘ ਹੋਰਾਂ ਦੇ ਨਾਲ ਮੈਂ ਹੁਣੇ ਹੀ ਗੱਲ ਕਰਕੇ ਹਟਿਆ ਜੀ। ਤੁਹਾਨੂੰ ਪਤਾ ਕਿ ਅੱਜ ਉਹ ਮਾਰਚ ਕਰ ਰਹੇ ਨੇ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਦੇ ਲਈ। ਇਹ ਉਹਨਾਂ ਦੀ ਅੰਤਮ ਇੱਛਾ ਮਾਰਚ ਆ ਤੇ ਉਸ ਕਰਕੇ ਉੱਥੇ ਬੜੀ ਮੁਸ਼ਕਲ ਆ ਰਹੀ ਸੀ। ਉਹਨਾਂ ਨੇ ਮੈਨੂੰ ਮਾੜਾ ਜਿਹਾ ਦੱਸਿਆ, ਕਿਉਂਕਿ ਕਾਫੀ ਰੌਲਾ ਪੈ ਰਿਹਾ ਸੀ, ਕਿ ਪੰਜਾਬ ਸਰਕਾਰ ਬਹੁਤ ਸਾਰੀਆਂ ਮੁਸ਼ਕਲਾਂ ਖੜੀਆਂ ਕਰ ਰਹੀ ਆ। ਹੋ ਸਕਦਾ ਹੈ ਵੀ ਸਾਡੇ ਜਿਹੜੇ ਸਿੰਘ ਸਾਡੇ ਨਾਲ ਮਾਰਚ ਕਰਨਗੇ ਉਹਨਾਂ ਨੂੰ ਪੰਜਾਬ ਦੇ ਵਿੱਚ ਉਹਨਾਂ ਦੇ ਨਾਲ ਵਧੀਕੀਆਂ ਹੋਣ, ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਏ। ਮਾਫ ਕਰਨਾ ਜੀ, ਭਾਈ ਸਾਹਿਬ ਫੋਨ ਤੇ ਆ ਗਏ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਹਾਂਜੀ ਹਾਂਜੀ ਹਾਂਜੀ, ਸਾਰੀ ਸੰਗਤਾਂ ਦਾ ਗੁਰੂ ਫਤਿਹ ਪ੍ਰਵਾਨ ਕਰਨ ਬੁਲਵਾਉਂਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ, ਜਿੰਨੇ ਵੀ ਇੱਥੇ ਨਿਮਾਣੇ ਦਾਸ ਦੀ ਆਵਾਜ਼ ਸੁਣ ਰਹੇ ਹੋ ਤੇ ਆਪਣੀ ਕੌਮ ਪ੍ਰਤੀ ਜਾਗਰਤ ਕੌਮ ਨਾਲ ਤੁਹਾਨੂੰ ਪਿਆਰ ਹੈ। ਜਿਹੜੇ ਸਾਡੇ ਇੱਥੇ ਵੀਰ ਜਿਹਨਾਂ 'ਚ ਬੰਦ ਨੇ ਉਹਨਾਂ ਨਾਲ ਤੁਹਾਨੂੰ ਪਿਆਰ ਹੈ। ਜੋ ਵੀ ਤੁਸੀਂ ਇੱਥੇ ਕਰ ਰਹੇ ਹੋ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਗੁਰੂ ਰਾਮਦਾਸ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ, ਸੱਚੇ ਪਾਤਸ਼ਾਹ ਤੁਹਾਨੂੰ ਹੋਰ ਚੜ੍ਹਦੀਆਂ ਕਲਾਵਾਂ ਬਖਸ਼ਿਸ਼ ਕਰਨ। ਅਸੀਂ ਜਿਹੜੇ ਗੁਰਦੁਆਰਾ ਸ੍ਰੀ ਮਖਨੌਰ ਸਾਹਿਬ ਬੈਠੇ ਹੋਏ ਹਾਂ, ਇੱਥੇ ਜਿਹੜਾ ਸੰਘਰਸ਼ ਹੈ ਉਹ ਜਾਰੀ ਹੈ, ਕੋਈ ਦੁਵਿਧਾ 'ਚ ਨਾ ਪਈ। ਇੱਥੇ ਨਿਰੰਤਰ ਜਪਜੀ ਸਾਹਿਬ ਦੇ ਅਖੰਡ ਜਾਪ ਚੱਲ ਰਹੇ ਨੇ ਅੱਜ ਤੋਂ ਹਫ਼ਤੇ ਦੇ, ਉਹ ਲਗਾਤਾਰ ਚੱਲਦੇ ਰਹਿਣਗੇ। ਇੱਥੇ ਸਿੰਘ ਰਹਿਣਗੇ, ਇੱਥੇ ਸੰਘਰਸ਼ ਜਾਰੀ ਹੈ। ਮੈਂ ਅੱਜ ਇੱਥੇ ਦਰਬਾਰ ਸਾਹਿਬ ਜਾ ਰਿਹਾ ਸ੍ਰੀ ਅਕਾਲ ਤਖ਼ਤ ਸਾਹਿਬ ਮੱਥਾ ਟੇਕਣ ਵਾਸਤੇ। ਉਹ ਆਪ ਜੀ ਦੀ ਚਰਨਾਂ 'ਚ ਬੇਨਤੀ ਹੈ ਕਿ ਸਾਨੂੰ ਉੱਧਰੋਂ ਸੂਚਨਾ ਮਿਲੀ ਕਿ ਪੰਜਾਬ ਦਾ ਪ੍ਰਸ਼ਾਸਨ ਜ਼ਿਆਦਾ ਟਾਇਟ ਹੋ ਗਿਆ। ਉਹ ਰਾਤੀ 5 ਤੇ ਆਏ ਚੱਲੇ ਚ ਦਿਨ ਕਰਕੇ ਤੇ ਉਹ ਵੀ ਸਾਡੇ ਕੋਲ ਨਹੀਂ ਪਹੁੰਚੇ। ਉਹਨਾਂ ਦਾ ਕੋਈ ਲਾਭ ਪਤਾ ਨਹੀਂ, ਸਾਨੂੰ ਪਤਾ ਨਹੀਂ ਲੱਗਦਾ ਵੀ ਉਹ ਹੈ ਕਿੱਥੇ ਨੇ। ਆਪ ਦੀ ਚਰਨਾਂ 'ਚ ਬੇਨਤੀ ਹੈ ਕਿ ਜੋ ਸੰਗਤ ਇੱਥੋਂ ਸਿੰਘ ਜਾ ਰਹੇ ਨੇ, ਇਹਦਾ ਸਾਰਿਆਂ ਦੀ ਜ਼ਿੰਮੇਵਾਰੀ ਆਪ ਦੀ ਬਣਦੀ ਹੈ। ਹਰ ਤਰ੍ਹਾਂ ਦੀ ਆਪਣੇ ਆਪ ਦੀ ਲਈ ਇੱਧਰੋਂ ਜਿਹੜੀ ਹੈ ਜਾਣਕਾਰੀ ਰੱਖਣੀ ਹੈ। ਜੇ ਕਿਤੇ ਸਿੰਘਾਂ ਨਾਲ ਕੋਈ ਜਾਤੀ ਹੁੰਦੀ ਹੈ ਤੇ ਮੈਂ ਤੁਹਾਡੇ ਤੋਂ ਉਮੀਦ ਕਰਦਾ ਹਾਂ ਬਾਹਰ ਦੀ ਸੰਗਤ ਤੇ ਕਿ ਤੁਸੀਂ ਇਹਨਾਂ ਦੇ ਸਿੰਘਾਂ ਦੀ ਤੇ ਸਿੰਘਾਂ ਨਾਲ ਜਾਤੀ ਹੋਣ ਦੀ ਜਿਹੜੀ ਗੱਲ ਹੋਈ ਇਹਦੇ ਵਾਸਤੇ ਹਾਜ਼ਰ ਨਾਰਾ ਜ਼ਰੂਰ ਮਾਰੋਗੇ। ਜਿੰਨੀਆਂ ਵਿਦੇਸ਼ ਸੰਗਤਾਂ ਬੈਠੀਆਂ ਨੇ, ਅਸੀਂ ਸਾਰਾ ਇਹਦੇ ਸੰਘਰਸ਼ ਉਹਨਾਂ ਨੂੰ ਸਮਰਪਿਤ ਕੀਤਾ ਹੋਇਆ ਹੈ। ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ 'ਚ ਬੈਠੇ ਸਾਰੇ, ਕੋਈ ਨਕਲੀ ਨਾ ਬਣਿਓ, ਕੋਈ ਭੇਖੀ ਨਾ ਬਣਿਓ। ਸੱਚੇ ਜੀਵਨ ਵਾਲੇ ਗੁਰੂ ਗ੍ਰੰਥ ਸਾਹਿਬ ਨੂੰ ਜਿਹੜੇ ਸਾਰੇ ਸਮਰਪਿਤ ਹੋ, ਉਹ ਸਾਰੇ ਭਾਈ ਇਹਨਾਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਵੱਧ ਤੋਂ ਵੱਧ ਜੋ ਉਪਰਾਲਾ ਕਰ ਸਕਦੇ, ਜੋ ਯਤਨ ਕਰ ਸਕਦੇ ਉਹ ਕਰਿਓ। ਤੇ ਦਾਸ ਨੇ ਅੱਜ ਸ਼ਾਮ ਨੂੰ ਯਤਨ ਕਰਨਾ ਉੱਥੇ ਅਕਾਲ ਤਖ਼ਤ ਤੱਕ ਪਹੁੰਚਣ ਦਾ, ਦੇਖਦਾ ਵੀ ਪ੍ਰਸ਼ਾਸਨ ਮੇਰੇ ਨਾਲ ਕੀ ਕਰਦਾ ਹੈ। ਉਸ ਤੋਂ ਬਾਅਦ ਆਪਦੇ ਚਰਨਾਂ ਦੀ ਬੇਨਤੀ ਹੈ ਕਿ ਕੱਲ ਨੂੰ ਸਵੇਰੇ ਉੱਥੇ ਅਖੰਡ ਪਾਠ ਸਾਹਿਬ ਰਖਾਇਆ ਹੋਇਆ, ਉਹਦਾ ਸਵੇਰੇ ਭੋਗ ਪੈਣਾ 8 ਵਜੇ। ਆਪ ਸਾਰੇ ਅਰਦਾਸਾਂ ਕਰੋ, ਗੁਰੂ ਰਾਮਦਾਸ ਕਿਰਪਾ ਕਰਨ, ਸਾਡੀ ਕੌਮ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਜਿੰਨੇ ਵੀ ਮਾਈ ਭਾਈ ਬੱਚੇ ਬਜ਼ੁਰਗ ਇੱਥੇ ਮੇਰੀ ਆਵਾਜ਼ ਸੁਣ ਰਹੇ ਹੋ, ਮੈਂ ਠੀਕ ਹਾਂ, ਮੈਂ ਚੜ੍ਹਦੀ ਕਲਾ 'ਚ ਹਾਂ। ਮੈਨੂੰ ਸਰੀਰ ਨਾਲ ਕੋਈ ਵਾਸਤਾ ਨਹੀਂ, ਮੈਂ ਮਨ ਕਰਕੇ ਚੜ੍ਹਦੀ ਕਲਾ 'ਚ ਹਾਂ ਤੇ ਆਪ ਸਾਰਿਆਂ ਦੀ ਚੜ੍ਹਦੀ ਕਲਾ ਦੀ ਉਮੀਦ ਕਰਦਾ। ਆਓ ਭਾਈ ਸ਼ਾਂਤਮਈ ਰਹਿ ਕੇ ਆਪਾਂ ਇਹ ਸੰਘਰਸ਼ ਕਰ ਰਹੇ ਹਾਂ ਤੇ ਜੇ ਸਰਕਾਰਾਂ ਸਾਨੂੰ ਸ਼ਾਂਤਮਈ ਰਹਿ ਕੇ ਇਹ ਸੰਘਰਸ਼ ਇਹਦਾ ਆਪਣੇ ਸਿੰਘਾਂ ਦੀ ਰਿਹਾਈ ਵਾਸਤੇ ਹਾਲੇ ਨਾਰਾ ਨਹੀਂ ਮਾਰਨ ਦਿੰਦੀਆਂ ਤੇ ਇਹਨਾਂ ਦੀ ਮਰਜ਼ੀ। ਸੋ ਅੱਗੇ ਵੀ ਬੜੇ ਜ਼ੁਲਮ ਹੋਏ ਨੇ ਸਿੱਖ ਕੌਮ ਨਾਲ, ਜਿਹੜੇ ਅੱਗੇ ਹੋਣਗੇ ਉਹਨਾਂ ਨੂੰ ਵੀ ਝੱਲਣ ਦਾ ਯਤਨ ਕਰਾਂਗੇ। ਇੰਨੀਆਂ ਕੁ ਬੇਨਤੀਆਂ ਕਰਦਾ, ਇਹਨਾਂ ਬੋਲਦਾ ਕਿ ਭੁੱਲਾਂ ਹੋਣ ਤੇ ਸੰਗਤ ਤੋਂ ਮਾਫੀ ਚਾਹਾਂਗਾ ਜੀ। ਸਾਰਿਆਂ ਦਾ ਧੰਨਵਾਦ। ਜੋ ਵੀ ਕੌਮ ਵਾਸਤੇ ਧਰਮ ਵਾਸਤੇ ਕੁਝ ਕਰਦਾ ਹੈ ਸਭ ਦਾ ਧੰਨਵਾਦ। ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ, ਸਾਨੂੰ ਸਿੱਖੀ ਦੀ ਦਾਤ ਬਖਸ਼ਣ ਦੀ ਅਰਦਾਸ ਕਰਿਓ। ਮੈਨੂੰ ਬਲ ਬਖਸ਼ੇ ਮੇਰਾ ਸਤਿਗੁਰੂ, ਮੇਰੀ ਅਰਦਾਸ ਪ੍ਰਵਾਨ ਕਰ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬੋਲੇ ਸੋ ਨਿਹਾਲ। ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਆਪਾਂ ਉਹਨਾਂ ਦੀ ਆਵਾਜ਼ ਸਾਰੇ ਸੁਣ ਸਕੇ ਹਾਂ। ਇਹ ਕਿੰਨੀ ਸ਼ਰਮ ਵਾਲੀ ਗੱਲ ਹੈ
कि अज भाई साहब हुणां दा जिहड़ा उत्थे ब्रॉडबैंड इंटरनेट लवाया सी लखनौर विखे ਉਹਨੂੰ जाम कर दिता गया। दैट्स वाई वी कुडंट सी भाई साहब जी, उन्होंने दर्शन नहीं कर सके असीं स्काइप राहीं। ये अनफॉर्चुनेट आ। भाई साहब ने बड़े स्पष्ट लफ्ज़ों के कहा कि पंजाब सरकार बहुत सारिया मुश्किल खड़ियां कर रही है। कल मक्कड़ आया, पहला जथेदार साहब आए, पर डिस्पाइट ये सारा कुछ लोगों के सामने विखावा करन दे भाई साहब होरी कह रहे हैं कि उन्होंने सारे सिंघां दी जिहड़ी सुरक्षा है वो हुण खतरे दे विच आ जदों वो पंजाब जाणगे। ते अज वो जा रहे हैं गुरु पातशाह बख्शिश करन के वो दरबार साहब दे विच जाके नतमस्तक होण। उन्हां दी अंतिम इच्छा है, उन्होंने जाहिर की है, तो उन्होंने नाल दे जिहड़े सेवादार आ वो अज पूरी कर रहे हैं, इस यात्रा दे विच जा रहे हैं। अखीर दे विच मैं सिर्फ यही दसना चाहुंदा कि आपां अज दी रैली क्यों कीती है। वट वॉज द नीड ऑफ दिस रैली। भाई साहब ने दुनिया के सिखां नूं काल दित्ती कि 7 तारीख नूं पंजाब सरकार दे जिन्ने सरकारी दफ्तर ने उन्हां दा घिराओ करो, काले झंडियां दे नाल जाके ते उन्हां नूं मैमोरेंडम वगैरह दिओ। हुण अपने इत्थे कोई सरकार दा पंजाब सरकार दा दफ्तर तां है नहीं सीगा अनफॉर्चुनेटली, पर आपां उस कारज दे विच शामिल होना चाहुंदे आ क्योंकि टोरंटो दे सिख कजे भी किसी एजीटेशन दे विचों पिछे नहीं रहे, डिस्पाइट माड़ियां मोटियां साडियां प्रॉब्लम्स होण, पर इस दे बावजूद वी केम थ्रू एंड वी स्टूड अप फॉर द पंथ। दैट इज टोरंटो। मैं टोरंटो की संगत का बहुत बहुत धन्यवाद करदा। असी दुनिया के लोगों को दसना चाहुंदे आ कि जे बुडैल जेल दे विच 3 सिंह पिछले लंबे समय तो जेलों दे विच डके हुए ने हिंदुस्तान की सरकार ने, डिस्पाइट देर उन्होंने काले कानूनों के बावजूद, काले कानूनों के राही दी हुई सज़ा के बावजूद, भुगतण के बावजूद जो जेल दे विच हैं, तो वी फील दैट पेन राइट हियर इन टोरंटो। वी आर इंपोस्टर्स। असी ना बादल वर्गे इंपोस्टर हाँ, ना असी मोदी वर्गे इंपोस्टर्स हाँ। वी से वन थिंग एंड वी डू अनदर थिंग। जे असी कहने हाँ कि टोरंटो की संगत पंथ का दर्द रखती आ, तो ताइयों असी -30 दे विच हाई कमिशन के दफ्तर के सामने ऑटवा दे विच खड़े हैं। 17 दिनों तो साडी उत्थे जिहड़ी मौजूदगी है, शमूलीयत है, इट सेल्फ इज एविडेंस टू आवर कमिटमेंट, टू आवर डिटरमिनेशन। सो मैं सारे ही प्रबंधकों का, सारे सेवादारों का मैं एक गल बार बार अगे भी कहना, हुण भी कहना चाहुंदा, बहुत सारे साडे यंगस्टर इत्थे फॉर्चुनेटली आए हुए ने। प्लीज़ टेक दिस टू योर ट्विटर, टेक दिस टू योर सोशल मीडिया, not only once a day, but 15, 20, 30 times a day. Just like you would message your friend, message to the government that how disturbed you are because of these events. भाई गुरबख्श सिंह होरी बड़े डिटरमिन आ, बड़े दृढ़ आ। मैं एक दिन टैलीविजन के उत्ते बोलदे गल कही सी, मैनूं कहंदे ने जी पिछले साल वाली उन्हां दी भुख हड़ताल तो इस साल वाली भुख हड़ताल किद्दां डिफरेंट आ, किद्दां फर्क रखदी है। तो आई सेड वेरी थिंग, क्योंकि असी पत्रकार लोग हाँ, वी रीड बिटवीन लाइन्स। मैं कहा भी पिछले साल उन्होंने कहा सी कि जां सिंह रिहा होणगे ते जां फिर भाणा वरतूगा, ते ऐतकी उन्होंने कहा कि जां सिंह रिहा होणगे ते जां फिर मैं फतेह बुलाऊंगा। हुण इन्हां दोनों सेंटेंस, ये दो जिहड़े सबजैक्ट ने, इन्हां नूं तुसीं किते आप अखां मीच के सराणे थल्ले सिर दे के इन्हां दा अंतर महसूस करियो कि वट इज द लेवल ऑफ कमिटमेंट ही हैज़ दिस टाइम अराउंड, एंड दैट्स बिकॉज ही वॉज बिट्रेड। He got that commitment. गुरु ने बड़ी बख्शिश की उन्होंने उत्ते। आपां तां भुल गए सी ना भी चलो पिछले साल आया सी, रौला रूला पाया, गर्मी थोड़ी बहुत कड्डी, गल खत्म हो गई। नो, उन्होंने नहीं भुलिया कि 14 नवंबर मेरी जिंदगी दे विच एक 2013 में आया सी ते एक 14 नवंबर फिर 2014 दे विच आया। ते जिस तरह भगत सिंह हुणां ने कहा सी, इफ भाई साहब जी अटेन शहीदी, तो मैं समझदा कि उन्हां दा जीवन तां सफल हो जाएगा। पर जिहड़ा कलंक हिंदुस्तान की सरकार के मत्थे उत्ते,
ਤੇ ਪੰਜਾਬ ਸਰਕਾਰ ਦੀ ਮੱਥੇ ਉੱਤੇ ਤੇ ਪੰਜਾਬ ਦੀ ਅਕਾਲੀ ਲੀਡਰਸ਼ਿਪ ਦੇ ਮੱਥੇ ਉੱਤੇ ਲੱਗੇਗਾ, ਉਹ ਉਹਨਾਂ ਤੋਂ ਕਦੇ ਧੋਇਆ ਨਹੀਂ ਜਾਏਗਾ, ਕਦੇ ਵੀ ਧੋਤਾ ਨਹੀਂ ਜਾਏਗਾ। ਬਸ ਜੇ ਅਸੀਂ ਇਹਨਾਂ ਨੂੰ ਆਜ਼ਾਦੀ ਲੈ ਕੇ ਦਿੱਤੀ ਆ ਤਾਂ ਸਾਨੂੰ ਹੁਣ ਇਹ ਸੋਚਣਾ ਚਾਹੀਦਾ ਕਿ ਖੁਦ ਨੂੰ ਵੀ ਆਜ਼ਾਦ ਕਰਵਾ ਲੈਣਾ ਚਾਹੀਦਾ ਕੌਮ ਨੂੰ। ਬਸ ਇੰਨੇ ਹੀ ਲਫ਼ਜ਼ ਕਹਿੰਦਾ ਹੋਇਆ ਮੈਂ ਆਈ ਡੋਂਟ ਨੋ ਹੋਰ ਕੀ ਪ੍ਰੋਗਰਾਮ ਮਨੋਹਰ ਸਿੰਘ ਹੁਣਾਂ ਨੂੰ ਪਤਾ ਹੋਏਗਾ, ਪਰ ਇੱਕ ਗੱਲ ਜ਼ਰੂਰ ਜਾਣ ਤੋਂ ਪਹਿਲਾਂ ਆਪਾਂ ਕਰਨੀ ਆ, ਕਿਉਂਕਿ ਅੱਜ ਦਾ ਜਿਹੜਾ ਮੈਦਾਨੇ ਜੰਗ ਆ ਉਹ ਤੁਹਾਨੂੰ ਪਤਾ ਸੋਸ਼ਲ ਮੀਡੀਆ, ਸੋ ਅਸੀਂ ਚਾਹਾਂਗੇ ਕਿ ਸਾਰੇ ਲੋਕ ਅਖੀਰ ਦੇ ਵਿੱਚ ਇੱਕ ਸੈਂਟਰ ਤੇ ਆ ਜਾਣ, ਕਾਲੇ ਝੰਡਿਆਂ ਦੇ ਨਾਲ ਅਸੀਂ ਇੱਕ 2-4 ਫੋਟੋਗ੍ਰਾਫਸ ਖਿੱਚ ਕੇ ਮੀਡੀਆ ਵਾਲੇ ਸਾਡੇ ਵੀਰ ਆਏ ਹੋਏ ਨੇ, ਉਹ ਦਿਖਾ ਦੇਣਗੇ ਦੁਨੀਆ ਦੇ ਲੋਕਾਂ ਨੂੰ ਕਿ ਟੋਰਾਂਟੋ ਦੀ ਸੰਗਤ ਇਜ਼ देयर ਵਿਦ ਭਾਈ ਗੁਰਬਖਸ਼ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇਹ ਪ੍ਰੋਗਰਾਮ ਓਨਟਾਰੀਓ ਟੋਰਾਂਟੋ ਵਿੱਚ ਹੋ ਰਿਹਾ ਹੈ, ਜਿਹੜਾ ਕਿ ਭਾਈ ਗੁਰਬਖਸ਼ ਸਿੰਘ ਨੂੰ ਸੰਬੋਧਿਤ ਹੈ। ਅੱਜ ਬਲੈਕ ਡੇ ਦੇ ਨਾਂ 'ਤੇ ਪ੍ਰੋਗਰਾਮ ਮਨਾਇਆ ਜਾ ਰਿਹਾ ਹੈ ਕਿ ਜਿਹੜੇ ਵੀ ਸਿੰਘ ਜਾਇਜ਼ ਤੌਰ 'ਤੇ ਆਪਣੀਆਂ ਜੋ ਵੀ ਸਜ਼ਾਵਾਂ ਨੇ ਉਹ ਭੁਗਤ ਚੁੱਕੇ ਨੇ, ਜੇਲ੍ਹਾਂ ਦੇ ਵਿੱਚ ਉਹ ਸਾਰੇ ਸਾਲ ਆਪਣੇ ਪੂਰੇ ਕਰ ਚੁੱਕੇ ਨੇ, ਜਿੰਨੀ ਕੁ ਸਜ਼ਾ ਉਹਨਾਂ ਨੂੰ ਸੁਣਾਈ ਸੀ, ਉਸ ਦੇ ਬਾਵਜੂਦ ਵੀ ਅੱਜ ਉਹ 20-20 ਸਾਲ ਜ਼ਿਆਦਾ ਸਜ਼ਾ ਉੱਥੇ ਭੁਗਤ ਰਹੇ ਨੇ, ਜਿਹੜਾ ਕਿ ਇੱਕ ਮਨੁੱਖੀ ਅਧਿਕਾਰਾਂ ਦੇ ਬਿਲਕੁਲ ਖਿਲਾਫ ਹੈ। ਇਹ ਜਾਇਜ਼ ਮੰਗ ਗੁਰਬਖਸ਼ ਸਿੰਘ ਜੀ ਨੇ ਆਪਣੀ ਰੱਖੀ ਹੋਈ ਹੈ ਸਰਕਾਰ ਦੇ ਅੱਗੇ, ਜਿਹੜੀ ਅੱਜ ਤੱਕ ਪੂਰੀ ਨਹੀਂ ਹੋ ਪਾਈ। ਬਾਕੀ ਸਾਡੇ ਬਰੈਂਪਟਨ ਦੇ ਵਿੱਚ ਓਨਟਾਰੀਓ ਟੋਰਾਂਟੋ ਤੋਂ ਕਾਫੀ ਸੰਗਤਾਂ ਇੱਥੇ ਅੱਜ ਇਕੱਤਰ ਹੋਈਆਂ ਨੇ। ਅੱਜ ਬਲੈਕ ਡੇ ਮਨਾਇਆ ਜਾ ਰਿਹਾ ਹੈ, ਸੋ ਬਾਕੀ ਵੀ ਮੈਂ ਸਿੱਖ ਸੰਗਤਾਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਇਸ ਪ੍ਰੋਗਰਾਮ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਓ ਤੇ ਹੋਰ ਵੀ ਸਰਦਾਰ ਗੁਰਬਖਸ਼ ਸਿੰਘ ਜੀ ਦਾ ਹੌਸਲਾ ਵਧਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਅੱਜ ਦਾ ਜਿਹੜਾ ਇਕੱਠ ਆ ਜੀ, ਭਾਈ ਗੁਰਬਖਸ਼ ਸਿੰਘ ਖਾਲਸਾ ਜਿਹੜੇ ਪਿਛਲੇ 55 ਦਿਨ ਤੋਂ ਭੁੱਖ ਹੜਤਾਲ ਤੇ ਬੈਠੇ ਆ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ, ਉਸ ਜਿਹੜੀ ਲਹਿਰ ਨੂੰ ਪ੍ਰਚੰਡ ਕਰਨ ਦੇ ਲਈ ਉਹਨਾਂ ਵੱਲੋਂ ਜੋ ਕਾਲ ਕੀਤੀ ਗਈ ਸੀ ਕਿ 7 ਜਨਵਰੀ ਨੂੰ ਦੁਨੀਆ ਭਰ ਦੇ ਸਿੱਖ ਜਿੱਥੇ ਵੱਸਦੇ ਹਨ ਉਹ ਕਾਲੇ ਝੰਡੇ ਲੈ ਕੇ ਪ੍ਰੋਟੈਸਟ ਕਰਨ, ਰੈਲੀਆਂ ਕਰਨ। ਸੋ ਉਸੇ ਸਬੰਧ ਦੇ ਵਿੱਚ ਹੋ ਰਿਹਾ ਵਾ, ਔਰ ਟੋਰਾਂਟੋ ਦੇ ਸਿੱਖ ਜਿਹੜੇ ਹੈਗੇ ਆ ਉਹ ਇੱਥੇ ਇਕੱਠੇ ਹੋਏ ਆ। ਸੋ ਸਾਰੇ ਹੀ ਸਿੱਖ ਵਧਾਈ ਦੇ ਪਾਤਰ ਆ ਕਿ ਜਿਹੜੇ ਭਾਈ ਖਾਲਸਾ ਦੀ ਜੋ ਸਾਡੀ ਜਾਇਜ਼ ਮੰਗ ਆ ਕਿ ਜਿਹੜੇ ਵੀ ਬੰਦੀ ਸਿੰਘ ਬੜੇ ਲੰਮੇ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਬੈਠੇ ਆ, ਉਹ ਆਪਣੇ ਪਰਿਵਾਰਾਂ ਦੇ ਵਿੱਚ ਹੱਸਦੇ ਖੇਡਦੇ ਆਉਣੇ ਚਾਹੀਦੇ ਆ। ਉਹਨਾਂ ਦਾ ਇਹ ਜਿਹੜਾ ਹੱਕ ਆ, ਮਨੁੱਖੀ ਅਧਿਕਾਰ ਆ ਉਹਨਾਂ ਦਾ, ਕਿ ਉਹ ਆਪਣੇ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਖੇੜੇ ਮਾਣ ਸਕਣ, ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਜਿੱਥੇ ਵੀ ਸਾਡੇ ਸਿੱਖ ਵੱਸਦੇ ਆ ਉਹ ਉਹਨਾਂ ਦੀ ਰਿਹਾਈ ਦੇ ਲਈ ਤਤਪਰ ਆ। ਪਰ ਜੋ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਪਿਛਲੇ ਸਾਲ ਵੀ ਮੋਰਚਾ ਲਾਇਆ ਸੀ, ਥੋੜ੍ਹੀ ਬਹੁਤੀ ਕਾਮਯਾਬੀ ਮਿਲੀ ਸੀ, ਪਰ ਫਿਰ ਹੁਣ ਉਹਨਾਂ ਨੇ 55 ਦਿਨ ਤੋਂ ਭੁੱਖ ਹੜਤਾਲ ਤੇ ਆ। ਸੋ ਉਸੇ ਲਹਿਰ ਦਾ ਹੀ ਇਹ ਹਿੱਸਾ ਹੈਗੀ ਜਿਹੜੀ ਰੈਲੀ ਹੈ।